मैं तो ਇਹੋ ਗੱਲ ਕਹੂੰਗਾ कि भाई अमृतपाल सिंह जी ਨੂੰ ਜਿਹੜਾ ਹੁਣ ਸਰੈਂਡਰ ਕਰ ਦੇਣਾ ਚਾਹੀਦਾ। ਅਸੀਂ ਅੱਤਵਾਦੀ ਨਹੀਂ ਹੈਗੇ, ਕੋਈ ਆਪਣੀ ਮਾਂ ਦੇ ਕੁੱਖ ਤੋਂ ਜੰਮ ਕੇ ਅੱਤਵਾਦੀ ਨਹੀਂ ਬਣ ਜਾਂਦਾ, ਉਹਨੂੰ ਹਾਲਾਤ ਅੱਤਵਾਦੀ ਬਣਾਉਂਦੇ ਆ। ਤੁਹਾਡੇ ਵਰਗੇ ਮੀਡੀਆ ਵਾਲੇ ਉਹਨਾਂ ਨੂੰ ਅੱਤਵਾਦੀ ਬਣਾਉਂਦੇ ਆ। ਔਰ ਭਾਈ ਅਮਰਿਤਪਾਲ ਸਿੰਘ ਜੀ ਦੇ ਕਰਕੇ ਕੌਮੀ ਇਨਸਾਫ ਮੋਰਚੇ ਨੂੰ ਜਿਹੜਾ ਕਈ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਿਆ। ਇੱਕ ਤਾਂ ਸੰਗਤ ਜਿਹੜੀ ਆ ਉਹਨਾਂ ਦੇ ਮਨ ਦੇ ਵਿੱਚ ਡਰਾ ਪੈਦਾ ਹੋ ਗਿਆ। ਉਹ ਭਾਈ ਅਮਰਿਤਪਾਲ ਸਿੰਘ ਜੀ ਦਾ ਏਮ ਰੱਖ ਕੇ ਇਸ ਮੋਰਚੇ ਨੂੰ ਵੀ ਜਿਹੜਾ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਵੀ ਆਪਣਾ ਦੇਸ਼ ਪਿਆਰਾ ਹੈ, ਸਾਨੂੰ ਵੀ ਭਾਰਤ ਦੇ ਨਾਲ ਹਿੰਦੁਸਤਾਨ ਦੇ ਨਾਲ ਓਨਾ ਹੀ ਜ਼ਿਆਦਾ ਪਿਆਰ ਹੈ ਜਿੰਨਾ ਕਿ ਕਿਸੇ ਹੋਰ ਗੈਰ ਧਰਮੀਆਂ ਨੂੰ ਪਿਆਰ। ਜਿਹੜੇ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਸੀਗੇ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜ ਕੇ ਨਸ਼ਿਆਂ ਤੋਂ ਹਟਣ ਲੱਗ ਪਏ। ਇਹਨਾਂ ਦੇ ਕਾਰੋਬਾਰ ਜਿਹੜੇ ਆ ਨਸ਼ਿਆਂ ਦੇ ਜਿਹੜੇ ਚੱਲਦੇ ਸੀ ਉਹ ਰੁਕ ਗਏ ਸਨ। ਇਸ ਕਰਕੇ ਇਹਨਾਂ ਨੇ ਅਮਰਿਤਪਾਲ ਸਿੰਘ ਜੀ ਦੇ ਉੱਤੇ ਇਹ ਐਕਸ਼ਨ ਲਿਆ। ਅੱਜ ਤੀਕਾਂ 18ਵੀਂ ਸਦੀ ਤੋਂ ਲਾ ਕੇ ਅੱਜ ਤੀਕਾਂ ਤਾਂ ਦੱਬੀਆਂ ਨਹੀਂ ਗਈਆਂ ਇਹਨਾਂ ਦੇ ਕੋਲੋਂ, ਨਾ ਇਹ ਦੱਬੀਆਂ ਜਾਣ। ਹੀ ਸ਼ੇਰਾਂ ਦੀ ਕੌਮ ਆ, ਸ਼ੇਰਾਂ ਦੀ ਕੌਮ ਕਦੇ ਦੱਬੀ ਨਹੀਂ ਜਾਂਦੀ। ਸਰਕਾਰ ਅੱਤਵਾਦੀ ਜਿਨ੍ਹਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਸਰਕਾਰ ਅੱਤਵਾਦੀ ਜਿਹੜੀ ਗੁਰਦੁਆਰਿਆਂ ਤੇ ਹਮਲਾ ਕਰ ਰਹੀ ਹੈ। ਸਿੱਖ ਥੋੜਾ ਅੱਤਵਾਦੀ, ਸਿੱਖ ਤੇ ਭਲਾ ਕਰਦੇ ਸਰਬੱਤ ਦਾ। ਸਾਰੀ ਸਿੱਖਾਂ ਕੋ ਰਫਲਾ ਉਹਨਾਂ ਨੇ ਆਪਣੀ ਹਿਫਾਜ਼ਤ ਵਾਸਤੇ ਰੱਖੀਆਂ, ਉਹਨਾਂ ਨੇ ਆਪਣੇ ਹਥਿਆਰ ਰੱਖਿਆ ਕਿ ਕੱਲ੍ਹ ਨੂੰ ਕੋਈ ਸਾਡੇ ਤੇ ਆ ਕੇ ਚੜ੍ਹ ਕੇ ਅਸੀਂ ਆਪਣੀ ਰਫਲਾਂ ਦੀ ਆਪਣੀ ਰਖਵਾਲੀ ਵਾਸਤੇ ਰੱਖੀਆਂ ਰਫਲਾ। ਇਹ ਸਰਕਾਰ ਕਹਿੰਦੀ ਹੈ ਕਿ ਸਿੱਖਾਂ ਕੋ ਰਫਲਾ, ਸਿੱਖ ਅੱਤਵਾਦੀ। ਫਿਰ ਸਰਕਾਰ ਕੋ ਕਿੰਨੀਆਂ ਰਫਲਾ? ਸਰਕਾਰ ਦੀ ਮਿਲਟਰੀ ਅੱਤਵਾਦੀ। ਫਿਰ ਸਾਰੀ ਸਰਕਾਰ ਦੀ ਜਿਹੜੀ ਇੱਥੇ ਰਫਲਾ ਲੈ ਕੇ ਤੁਰੇ ਫਿਰਦੇ ਸਾਰੇ ਅੱਤਵਾਦੀ। ਫਿਰ ਉਹ ਸਾਡੇ ਵਾਸਤੇ ਅੱਤਵਾਦੀ, ਸਾਨੂੰ ਮਾਰਨ ਵਾਸਤੇ ਉਹਨਾਂ ਰਫਲਾ ਚੁੱਕੀਆਂ। ਕਿੱਦਾਂ ਚਣੇ ਚਬੋਨੇ ਤੁਹਾਨੂੰ ਆ ਤਾਂ ਸਹੀ। ਤੁਸੀਂ ਕਹਿੰਦੇ 22 ਤਰੀਕ ਨੂੰ ਆਵਾਂਗੇ, ਮੋਰਚਾ ਚੁਕਾਵਾਂਗੇ ਬੰਦੀ ਸਿੰਘਾਂ ਦਾ, ਆਏ ਨਹੀਂ। ਫਿਰ ਮੈਂ ਇੱਥੇ ਕੰਮ ਜੋਧਾ ਬਣ ਕੇ ਗੱਜਦਾ ਰਿਹਾ, ਆਏ ਕਿਉਂ ਨਹੀਂ? ਫਿਰ ਆਏ ਕਿਉਂ ਨਹੀਂ 22 ਤਰੀਕ ਦੇ? ਮਾਂ ਦਾ ਦੁੱਧ ਕਿਉਂ ਨਹੀਂ ਪੀਤਾ? ਇਹੋ ਜਿਹੀ ਸਰਕਾਰ, ਗੰਦੀ ਸਰਕਾਰ। ਸ਼ੁਰੂ ਤੋਂ ਸਿੱਖਾਂ ਦੀ ਸਰਕਾਰ ਵੈਰੀ ਰਹੀ ਆ, ਸਿੱਖਾਂ ਦੇ ਵੈਰੀ ਰਹੀ ਸਰਕਾਰ। ਸਿੱਖਾਂ ਦੇ ਗਲਾਂ 'ਚ ਪਾ ਕੇ ਟਾਇਰ ਪਾ ਕੇ ਸਾੜਿਆ ਇਹੋ ਜਿਹੀ ਸਰਕਾਰ, ਗੰਦੀ ਸਰਕਾਰ। ਇੰਦਰਾ ਗਾਂਧੀ ਸਰਕਾਰ, ਗੰਦੀ ਸਰਕਾਰ, ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ। ਕਾਹਦੀ ਸਰਕਾਰ ਹੈ? ਅਸੀਂ ਫਿਰ ਅੰਨੇ ਹੋਏ ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਜਿਤਾ ਰਹੇ ਇਹਨਾਂ ਨੂੰ। ਉਹ ਸਾਡੀਆਂ ਵੋਟਾਂ ਲੈ ਕੇ ਸਾਡੇ ਸਿਰ 'ਚ ਛਿੱਤਰ ਮਾਰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੇਂਡੂ ਟੀਵੀ। ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਚੰਡੀਗੜ੍ਹ ਦੀਆਂ ਬਰੂਹਾਂ ਤੇ, ਜਿਹਨੂੰ ਅੱਜ 3 ਮਹੀਨੇ ਦੇ ਲਗਭਗ ਹੋ ਚੁੱਕੇ ਨੇ, ਚੌਥਾ ਮਹੀਨਾ ਲੱਗ ਚੁੱਕਿਆ ਹੈ ਤੇ ਇਹ ਮੋਰਚਾ ਉੱਥੇ ਹੀ ਖੜਿਆ। ਸਰਕਾਰ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ। ਬੰਦੀ ਸਿੰਘਾਂ ਨੂੰ ਕੋਈ ਵੀ ਗੱਲ ਕਰ ਨਹੀਂ ਰਹੀ ਰਿਹਾਈ ਕਰਨ ਦੀ, ਨਾ ਉਹਨਾਂ ਨੂੰ ਪਰੋਲ ਦੀ ਕੋਈ ਗੱਲ ਕਰ ਰਹੀ ਹੈ। ਜਿਹੜੇ ਬੰਦੀ ਸਿੰਘ ਨੇ ਉਹ ਜੇਲ੍ਹਾਂ ਵਿੱਚ ਬੰਦ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਫਿਰ ਵੀ ਜੇਲ੍ਹਾਂ ਵਿੱਚ ਬੰਦ ਨੇ। ਪਰੋਲ ਮਿਲਦੀ ਹੈ। ਜਿਹੜੇ 2 ਬੰਦੀ ਸਿੰਘ ਨੇ ਤੇ ਉਹ ਵੀ ਮੋਰਚੇ ਦੇ ਹੱਕ ਵਿੱਚ ਗੱਲ ਨਹੀਂ ਕਰਦੇ, ਮੋਰਚੇ ਤੋਂ ਉਲਟ ਹੀ ਗੱਲ ਕਰਦੇ ਨੇ। ਤੇ ਬਾਕੀ ਭਾਈ ਅਮਰਤਪਾਲ ਸਿੰਘ ਜੀ ਨੂੰ ਵੀ ਦੇ ਪੁਲਿਸ ਪਿੱਛੇ ਪੈਂਦੀ ਹੈ ਤੇ ਉਹਨੂੰ ਕਹਿੰਦੀ ਹੈ, ਭਗੌੜਾ ਕਰਾਰ ਦਿੰਦੀ ਹੈ। ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਆਉਂਦੀ ਹੈ ਵੀ ਮੈਂ ਸਰੈਂਡਰ ਕਰਨਾ ਹੈ ਤੇ ਵੀ ਸਰਬਤ ਖਾਲਸਾ ਬੁਲਾਉਣਾ ਹੈ। ਜੋ 13 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਸਾਖੀ ਦਾ ਮੇਲਾ ਹੈ, ਉੱਥੇ ਉਹਨਾਂ ਨੇ ਐਲਾਨ ਕੀਤਾ ਹੈ ਵੀ ਸੰਗਤਾਂ ਨੂੰ ਵੀ ਸਰਬਤ ਖਾਲਸਾ ਬੁਲਾਇਆ ਜਾਵੇ। ਜਥੇਦਾਰ ਨੂੰ ਅਪੀਲ ਕੀਤੀ ਹੈ। ਤੇ ਅਮਰਤਪਾਲ ਨਾਲ ਮੋਰਚੇ ਨੂੰ ਕੀ ਫਰਕ ਪੈਂਦਾ ਹੈ, ਗੱਲਬਾਤ ਕਰਦੇ ਹਾਂ। ਸੰਗਤ ਖੜੀ ਹੈ ਮੋਰਚੇ ਤੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਹੀ ਸਰਬੱਤ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਜਿਤਨੀਆਂ ਵੀ ਸੰਗਤਾਂ ਨੇ, ਚਾਹੇ ਉਹ ਦੇਸ਼ਾਂ ਦੇ ਵਿੱਚ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੇ ਆ, ਜਿਹੜੇ ਵਿਦੇਸ਼ਾਂ ਦੇ ਵਿੱਚ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਆਪਣੇ ਜਿਸ ਤਰ੍ਹਾਂ ਦੇ ਨਾਲ ਵੀ ਉਹਨਾਂ ਨੇ ਚੈਨਲ ਬਣਾਏ ਆ, ਇੰਸਟਾਗ੍ਰਾਮ, ਫੇਸਬੁੱਕ ਵਗੈਰਾ ਦੇ ਰਾਹੀਂ ਜਿਹੜਾ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰਨ ਵੱਧ ਤੋਂ ਵੱਧ ਚੜ੍ਹ ਕੇ। ਔਰ ਜਿਹੜੀਆਂ ਪੰਜਾਬ ਦੀਆਂ ਸੰਗਤਾਂ ਨੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਸਾਡਾ ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਇਹ ਮੋਰਚਾ ਲਗਾਇਆ ਹੈ। ਸੋ YPS ਚੌਂਕ ਮੋਹਾਲੀ ਦੇ ਵਿੱਚ ਇਹ ਮੋਰਚਾ ਜਿਹੜਾ 7 ਜਨਵਰੀ ਤੋਂ ਲੱਗਿਆ ਹੋਇਆ। ਔਰ ਕਈ ਤਰ੍ਹਾਂ ਦੇ ਨਾਲ ਸਰਕਾਰ ਨੇ ਜਿਹੜੇ ਆ ਹੱਥਕੰਡੇ ਅਪਣਾਏ ਆ ਕਿ ਇਸ ਮੋਰਚੇ ਨੂੰ ਖ਼ਤਮ ਕਰ ਦਿੱਤਾ ਜਾਵੇ। ਇਹ ਵੀ ਗੱਲਾਂ ਫੈਲਾਈਆਂ ਗਈਆਂ ਨੇ ਕਿ ਜਿਹੜਾ ਮੋਰਚਾ ਹੈ BJP ਦੇ ਵੱਲੋਂ ਲਗਾਇਆ ਗਿਆ ਹੈ ਜਾਂ ਕਿਸੇ ਹੋਰਾਂ ਦੇ ਵੱਲੋਂ, ਕਿਸੇ ਹੋਰ ਪਾਰਟੀ ਦੇ ਵੱਲੋਂ ਲਗਾਇਆ ਹੋਇਆ। ਅਸੀਂ ਉਹਨਾਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਮੋਰਚਾ ਹੈ ਸਿੱਖ ਸੰਗਤਾਂ ਦੇ ਵੱਲੋਂ ਹੀ ਲਾਇਆ ਹੋਇਆ ਹੈ। ਸੋ ਸਾਰੀਆਂ ਹੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਗੁਰੂ ਕੇ ਨਿਹੰਗ ਸਿੰਘ ਜਿਹੜੀਆਂ ਲਾਡਲੀਆਂ ਫੌਜਾਂ ਇਹ ਵੀ ਇੱਥੇ ਡਟੀਆਂ ਹੋਈਆਂ ਨੇ ਪਹਿਲੇ ਦਿਨ ਤੋਂ ਹੀ। ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਨੇ, ਟਕਸਾਲ ਦੇ ਸਿੰਘ ਨੇ, ਉਹ ਵੀ ਸਾਰੇ ਇੱਥੇ ਸਿੱਖ ਸੰਗਤਾਂ ਜਿਹੜੀਆਂ ਨੇ ਪਹੁੰਚ ਰਹੀਆਂ ਨੇ। ਸੋ ਸਾਰੀਆਂ ਹੀ ਸੰਗਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਵੱਧ ਜਿਹੜਾ ਇੱਥੇ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਕਿ ਆਪਾਂ ਬੰਦੀ ਸਿੰਘਾਂ ਵਾਲੇ ਮੋਰਚੇ ਨੂੰ ਜਿਹੜਾ ਫਤਿਹ ਕਰ ਸਕੀਏ ਜੀ। ਤੇ ਜਿਹੜਾ ਹੁਣ ਘਟਨਾ ਵਾਪਰੀ ਹੈ ਪਿੱਛੇ ਭਾਈ ਅਮਰਤਪਾਲ ਦੀ, ਨਾ ਉਹਨੂੰ ਕਹਿ ਦਿੱਤਾ ਜਾਂਦਾ ਵੀ ਭਗੌੜਾ ਕਰਾਰ ਆਇਆ, ਕਦੇ ਕਹਿ ਦਿੰਦੇ ਵੀ ਗ੍ਰਿਫਤਾਰ ਕਰ ਲਿਆ, ਵੀ ਕਦੇ ਕਹਿੰਦਾ ਭੱਜ ਗਿਆ, ਕਿਸੇ ਦੇਸ਼ ਵਿੱਚ ਭੱਜ ਗਿਆ। ਤੇ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਨਾ ਵੀ ਮੈਂ ਹਲੇ ਹੈਗਾ, ਵੀ ਫੜਿਆ ਨਹੀਂ ਗਿਆ। ਉਹਨਾਂ ਦੀ ਵੀਡੀਓ ਤੋਂ ਪਤਾ ਲੱਗਿਆ ਆਪਾਂ ਨੂੰ ਵੀ ਉਹ ਸਰੈਂਡਰ ਨਹੀਂ ਕੀਤਾ। ਉਹ ਕਹਿ ਰਹੇ ਵੀ ਸਰੈਂਡਰ ਵੀ ਕਰਾਂਗੇ। ਉਹਨਾਂ ਦੀ ਘਟਨਾ ਤੋਂ ਬਾਅਦ ਕੀ ਫਰਕ ਪਿਆ ਮੋਰਚੇ ਤੇ?
ਅੰਮ੍ਰਿਤਪਾਲ ਸਿੰਘ ਜੀ ਦੇ ਬਾਰੇ ਪਹਿਲਾਂ ਤਾਂ ਇਹ ਦੱਸ ਦਿੰਦੇ ਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਕਈ ਸਿੰਘ ਜਿਹੜੇ ਆਪਣੇ ਬਹੁਤ ਉਹਨਾਂ ਦੇ ਹੱਕ ਦੇ ਵਿੱਚ ਨੇ। ਉਹਨਾਂ ਦੇ ਹੱਕ ਦੇ ਲਈ ਦੇਖੋ ਕਿ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜੇ ਨੌਜਵਾਨ ਡਟੇ ਹੋਏ ਸੀਗੇ ਆਪਣੇ ਕੌਮੀ ਇਨਸਾਫ ਮੋਰਚੇ ਦੇ ਵਿੱਚ, ਉਹਨਾਂ ਦੀ ਵਾਰਸ ਪੰਜਾਬ ਜਥੇਬੰਦੀ ਦੇ ਵੱਲੋਂ ਵੀ ਜਿਹੜਾ ਸੁਹਾਣੇ ਪ੍ਰੋਟੈਸਟ ਕੀਤਾ ਗਿਆ, ਜੋ ਕਿ ਪੁਲਿਸ ਨੇ ਉਹ ਚੁਕਾ ਦਿੱਤਾ। ਉੱਥੋਂ ਕਈ ਨੌਜਵਾਨ ਮੁੰਡੇ ਵੀ ਜਿਹੜੇ ਚੱਕ ਲਏ ਗਏ ਆ, ਔਰ ਹੋਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚੋਂ ਵੀ ਜਿਹੜੇ ਨੌਜਵਾਨ ਮੁੰਡਿਆਂ ਨੂੰ ਚੱਕਿਆ ਗਿਆ। ਤੇ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਆਉਣ ਕਰਕੇ ਇੱਕ ਤਾਂ ਪੁਲਿਸ ਨੇ ਨੌਜਵਾਨਾਂ ਨੂੰ, ਸਰਕਾਰ ਨੇ ਜਿਹੜਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਇੱਥੋਂ ਤੱਕ ਕਿ ਨਜਾਇਜ਼ ਜਿਹੜੇ ਮੁੰਡੇ ਆ ਚੁੱਕ ਕੇ ਘਰਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਆ, ਔਰ ਉਹਨਾਂ ਦੇ ਉੱਤੇ ਕਿਹੜੀਆਂ ਧਾਰਾਵਾਂ ਪਾਈਆਂ ਜਾ ਰਹੀਆਂ ਨੇ ਜਾਂ ਪਾਈਆਂ ਨੇ, ਇਸ ਦਾ ਹਾਲੇ ਤੱਕ ਸਰਕਾਰ ਨੇ ਕੋਈ ਖੁਲਾਸਾ ਨਹੀਂ ਕਰਿਆ। ਔਰ ਅਸੀਂ ਇਹ ਸਿੱਖ ਜਥੇਬੰਦੀਆਂ ਦੇ ਅੱਗੇ, ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੇ ਨੌਜਵਾਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ, ਉਹਨਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ। ਔਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਕਰਕੇ ਕੌਮੀ ਇਨਸਾਫ ਮੋਰਚੇ ਨੂੰ ਜਿਹੜਾ ਕਈ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਿਆ। ਇੱਕ ਤਾਂ ਸੰਗਤ ਜਿਹੜੀ ਆ ਉਹਨਾਂ ਦੇ ਮਨ ਦੇ ਵਿੱਚ ਡਰਾ ਪੈਦਾ ਹੋ ਗਿਆ, ਕਿਉਂਕਿ ਜਿਹੜਾ 8 ਜਨਵਰੀ ਨੂੰ ਇੱਥੇ ਜਿਹੜਾ ਹਾਦਸਾ ਵਾਪਰਿਆ ਸੀ, ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ, CRPF ਦੇ ਨਾਲ, ਆਪਣੀਆਂ ਸਿੱਖ ਸੰਗਤਾਂ ਦੇ ਨਾਲ ਜੋ ਟਕਰਾਅ ਹੋਇਆ, ਔਰ ਪੁਲਿਸ ਵਾਲਿਆਂ ਨੇ ਕਈ ਆਪਣੇ ਸਿੰਘ ਜਿਹੜੇ ਆ ਜ਼ਖਮੀ ਕਰ ਦਿੱਤੇ। ਪੁਲਿਸ ਵਾਲਿਆਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਨਾਲ ਹੱਥਕੰਡੇ ਅਪਣਾਏ ਗਏ, ਤੇ ਉਸਦੇ ਕਰਕੇ ਵੀ ਸੰਗਤਾਂ ਦੇ ਵਿੱਚ ਕਾਫੀ ਡਰਾ ਪੈਦਾ ਕੀਤਾ ਹੋਇਆ, ਕਿਉਂਕਿ ਸਰਕਾਰ ਜਿਹੜੀ ਹੈ, ਚਾਹੇ ਉਹ ਕੋਈ ਵੀ ਮੋਰਚਾ, ਚਾਹੇ ਕਿਸਾਨੀ ਮੋਰਚਾ ਲੱਗਦਾ ਹੈ, ਚਾਹੇ ਕੋਈ ਬਰਗਾੜੀ ਮੋਰਚਾ ਵੀ ਲੱਗਿਆ, ਉਹਦੇ ਵਿੱਚ ਵੀ ਸਰਕਾਰ ਨੇ ਇਹੋ ਕੁਛ ਕੀਤਾ। ਕੋਟਕਪੂਰੇ ਗੋਲੀकांड ਦੇ ਵਿੱਚ ਵੀ ਇਹੋ ਕੁਛ ਕੀਤਾ। ਤੇ ਇਹ ਜਿਹੜਾ ਮੋਰਚਾ ਲੱਗਿਆ ਕੌਮੀ ਇਨਸਾਫ ਮੋਰਚਾ, ਇਹਦੇ ਵਿੱਚ ਵੀ ਜਿਹੜੇ ਆ ਸਰਕਾਰ ਕਈ ਹੱਥਕੰਡੇ ਅਪਣਾ ਰਹੀ ਹੈ। ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਏਮ ਰੱਖ ਕੇ ਇਸ ਮੋਰਚੇ ਨੂੰ ਵੀ ਜਿਹੜਾ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੇ ਹੁਣ ਨੌਜਵਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ, ਮੰਤਰੀ ਬਾਜੇ ਕੇ, ਮੁੱਖ ਮੰਤਰੀ ਕਹਿੰਦੇ ਜਿਹਨੂੰ, ਉਹਨੂੰ ਵੀ ਬਿਨਾਂ ਗੱਲੋਂ ਗ੍ਰਿਫਤਾਰ ਕੀਤਾ ਜਾਂਦਾ, ਆਸਾਮ ਦੀ ਜੇਲ੍ਹ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਸਹੀ ਮੰਨਦੇ ਹੋ ਤੁਸੀਂ? ਦੇਖੋ ਜੀ, ਮੁੱਖ ਮੰਤਰੀ ਬਾਜੇਕੇ ਦੇ ਬਾਰੇ ਮੈਂ ਬਹੁਤਾ ਜ਼ਿਆਦਾ ਨਹੀਂ ਜਾਣਦਾ, ਪਰ ਮੈਂ ਇਹ ਜਾਣਦਾ ਕਿ ਜੇਕਰ ਕੋਈ ਕਿਸੇ ਸ਼ਖਸ ਦੇ ਬਾਰੇ, ਉਸਦੇ ਹੱਕ ਦੇ ਵਿੱਚ ਆ ਕੇ ਕੋਈ ਗਰੀਬ ਸਿੱਖ ਜਾਂ ਕੋਈ ਭੋਲਾ ਭਾਲਾ ਇਨਸਾਨ ਆ ਕੇ ਬੋਲਦਾ ਹੈ, ਤਾਂ ਉਸ ਦੇ ਉੱਤੇ NSA ਲਗਾ ਦਿੱਤੀ ਜਾਣੀ ਬਿਨਾਂ ਕਿਸੇ ਪ੍ਰੂਫ ਤੋਂ, ਉਹ ਇੱਕ ਬਹੁਤ ਵੱਡਾ ਘਾਣ ਹੈ। ਕਿਉਂਕਿ ਦੇਖੋ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਵੀ ਜਿਹੜੇ ਕਈ ਨੌਜਵਾਨਾਂ ਨੂੰ ਬਿਨਾਂ ਕਿਸੇ ਜੁਰਮ ਤੋਂ, ਬਿਨਾਂ ਕਿਸੇ ਗੱਲ ਤੋਂ ਜਿਹੜਾ ਘਰਾਂ ਤੋਂ ਚੁੱਕ ਕੇ KPS ਗਿੱਲ ਵਰਗਿਆਂ ਨੇ ਜਿਹੜਾ ਉਹਨਾਂ ਨੂੰ ਮਾਰਿਆ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਤਸ਼ੱਦਦ ਕੀਤਾ। ਇੱਥੋਂ ਤੱਕ ਕਿ ਵੀ ਕਈ ਸਿੰਘਾਂ ਦੇ ਜਿਹੜਾ ਢਿੱਡ ਦੇ ਵਿੱਚ ਗਰਮ ਸਲਾਖਾਂ ਤੱਕ ਲਗਾ ਦਿੱਤੀਆਂ, ਅੱਖਾਂ ਦੇ ਵਿੱਚ ਵੀ ਉਹਨਾਂ ਦੇ ਸੂਏ ਮਾਰੇ ਗਏ। ਇਹੋ ਜਿਹਾ ਤਸ਼ੱਦਦ ਜਿਹੜਾ ਪੰਜਾਬ ਸਰਕਾਰ ਜਾਂ ਭਾਰਤੀ ਹੁਕੂਮਤ ਜਿਹੜੀ ਇਹ ਕਰਦੀ ਰਹੀ ਹੈ, ਇਹ ਸਰਾਸਰ ਜਿਹੜਾ ਹੈ ਗਲਤ ਕੰਮ ਕੀਤਾ ਕਿ ਕਿਸੇ ਬੰਦੇ ਨੂੰ ਨਜਾਇਜ਼ ਘਰ ਦੇ ਵਿੱਚੋਂ, ਉਸ ਨੂੰ ਖੇਤ ਦੇ ਵਿੱਚੋਂ ਚੁੱਕ ਕੇ ਲਿਆਉਣਾ, ਪਕੜ ਲੈਣਾ। ਜੇਕਰ ਕੋਈ ਸਿੱਖ ਕਿਸੇ ਦੇ ਭਾਵਨਾਵਾਂ ਦੇ ਨਾਲ ਜੁੜ ਕੇ ਉਸ ਦੀਆਂ ਸਪੀਚਾਂ ਨੂੰ ਸੁਣ ਕੇ ਜੇਕਰ ਬੋਲਦਾ, ਤਾਂ ਉਸ ਦੇ ਉੱਤੇ NSA ਲਗਾ ਦਿੱਤੀ ਜਾਣੀ ਹੈ। ਤੇ ਬਹੁਤ ਘਟੀਆ ਜਿਹੜਾ ਕੰਮ ਹੈ ਭਾਰਤੀ ਸਰਕਾਰ ਦੇ ਵੱਲੋਂ। ਭਗਵੰਤ ਮਾਨ ਦਾ ਬਿਆਨ ਆਉਂਦਾ ਵੀ ਜਿਹੜਾ ਵੀ ਅਮਨ ਸ਼ਾਂਤੀ ਆ ਪੰਜਾਬ ਦੇ ਵਿੱਚ ਭੰਗ ਹੋ ਰਹੀ ਸੀ, ਜਿਹੜਾ ਆਪਣੇ ਅਜਨਾਲੇ ਕਾਂਡ ਹੋਇਆ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕੀਤਾ ਸੀਗਾ ਨਾ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਨਾਲ ਲਿਆ ਕੇ ਲਾਠੀ ਚਾਰਜ ਹੋਇਆ ਪੁਲਿਸ ਉੱਤੇ, ਹੋਰ ਤਰ੍ਹਾਂ ਹੈ ਨਾ, ਕਈਆਂ ਸਿਰ ਪਾੜੇ ਨੇ, ਕਿਰਪਾਨਾਂ ਵੀ ਚੱਲੀਆਂ ਨੇ, ਤੇ ਬੈਰੀਗੇਡ ਤੋੜੇ ਗਏ ਨੇ ਉੱਥੇ ਕਹਿੰਦੇ, ਤੇ ਘੇਰਾ ਪਾਇਆ ਸੀ ਉਹਨਾਂ ਨੇ ਪੁਲਿਸ ਨੂੰ, ਪੂਰੀ ਪੁਲਿਸ ਲਾਈਨ ਜਿਹੜੀ ਪੁਲਿਸ ਸਟੇਸ਼ਨ ਨੂੰ, ਹੈ ਨਾ, ਉਹਦੇ ਕਰਕੇ ਵੀ ਕਹਿੰਦੇ ਅਸੀਂ ਐਕਸ਼ਨ ਲਿਆ ਵੀ ਅਮਨ ਸ਼ਾਂਤੀ ਅਸੀਂ ਭੰਗ ਨਹੀਂ ਹੋਣ ਦੇਣੀ, ਇਸ ਕਰਕੇ ਉਹਨਾਂ ਨੇ ਕਦਮ ਚੱਕਿਆ। ਦੇਖੋ ਜੀ, ਅਮਨ ਸ਼ਾਂਤੀ ਬਹਾਲ ਹੀ ਕਦੋਂ ਕਰੀ ਹੈ ਭਗਵੰਤ ਮਾਨ ਜੀ ਨੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸ ਦਿੰਦਾ ਕਿ ਉਹ ਕਹਿੰਦੇ ਕਿ ਅਸੀਂ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ। ਅਮਨ ਸ਼ਾਂਤੀ ਦੀ ਜੇਕਰ ਗੱਲ ਕਰਦੇ ਆ ਭਗਵੰਤ ਮਾਨ ਸਾਹਿਬ, ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਕਰਦਾ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਬਹਾਲੀ ਕਦੋਂ ਕੀਤੀ ਹੈ? ਠੀਕ ਹੈ ਨਾ ਜੀ। ਅਮਨ ਸ਼ਾਂਤੀ ਦੀ ਗੱਲ ਤਾਂ ਤੁਸੀਂ ਕਰਦੇ ਹੋ, ਭਗਤ ਸਿੰਘ ਦੀਆਂ ਤੁਸੀਂ ਗੱਲਾਂ ਕਰਦੇ ਹੋ, ਪਰ ਜੇਕਰ ਭਗਤ ਸਿੰਘ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਇਤਿਹਾਸ ਦੇ ਵੱਲ, ਪੂਰਨਿਆਂ ਵੱਲ ਚੱਲੀਏ ਕਿ ਜਿਹੜਾ ਸਿੱਖਾਂ ਨੇ, ਜਿਹਨਾਂ ਸਿੰਘਾਂ ਸੂਰਮਿਆਂ ਨੇ ਇਸ ਪੰਜਾਬ ਦੀ ਧਰਤੀ ਤੋਂ ਮੁਗਲਾਂ ਨੂੰ ਖਤਮ ਕਰਨ ਦੇ ਲਈ ਆਪਣੇ ਸਿਰ ਧੜ ਦੀਆਂ ਬਾਜ਼ੀਆਂ ਤੱਕ ਲਾ ਦਿੱਤੀਆਂ। ਕੁੱਪਰ ਹੀੜੇ ਦੀ ਜੰਗ ਹੋਈ ਹੈ ਜੀ, ਜਿਸ ਨੂੰ ਆਪਾਂ ਵੱਡਾ ਘੱਲੂਘਾਰਾ ਮੰਨਦੇ ਹਾਂ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਕਰਦੇ ਆ ਨਾ, ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨਾਲ ਲੈ ਕੇ ਗਏ ਹੈ, ਤਾਂ ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੇ ਘੱਲੂਘਾਰੇ ਤੱਕ ਦੀਆਂ ਜੰਗਾਂ ਲੜੀਆਂ, ਤੇ ਉਹ ਵੱਡੇ ਘੱਲੂਘਾਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਨਾਲ ਸੀ, ਜੋ ਕਿ ਅੱਜ ਵੀ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਸੁਸ਼ੋਭਿਤ ਹੈ। ਮੈਂ ਇਸ ਕਰਕੇ ਇਹ ਗੱਲ ਕਰੀ ਹੈ ਕਿਉਂਕਿ ਜਿਹੜੇ ਕਹਿੰਦੇ ਆ ਨਾ ਕਿ ਉੱਥੇ ਲੈ ਕੇ ਜਾਣਾ ਬੜਾ ਗਲਤ ਸੀ ਤੇ ਲੈ ਕੇ ਨਹੀਂ ਸੀ ਜਾਣਾ ਚਾਹੀਦਾ,
ਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਿਰਫ ਇੱਕ ਬਹਾਨੇ ਹੈ ਕਿ ਕਿਸੇ ਗੁਰੂ ਕੇ ਸਿੱਖ ਨੂੰ ਜਾਂ ਨੌਜਵਾਨ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ, ਉਹ ਆਪਣੇ ਹੱਕਾਂ ਦੀ ਗੱਲ ਨਾ ਕਰ ਸਕੀਏ। ਸਭ ਤੋਂ ਪਹਿਲੀ ਗੱਲ ਜੀ, ਆਪਾਂ ਆਪਣੇ ਹੱਕਾਂ ਦੀ ਗੱਲ ਕਦੋਂ ਕਰਦੇ ਹਾਂ? ਸਾਨੂੰ ਵੀ ਆਪਣਾ ਦੇਸ਼ ਪਿਆਰ ਹੈ, ਸਾਨੂੰ ਵੀ ਭਾਰਤ ਦੇ ਨਾਲ, ਹਿੰਦੁਸਤਾਨ ਦੇ ਨਾਲ ਓਨਾ ਹੀ ਜ਼ਿਆਦਾ ਪਿਆਰ ਹੈ ਜਿੰਨਾ ਕਿ ਕਿਸੇ ਹੋਰ ਗੈਰ ਧਰਮੀਆਂ ਨੂੰ ਪਿਆਰ ਹੈ। ਠੀਕ ਹੈ ਨਾ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਕੋਈ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਜਾਣਾ ਜਾਂ ਅਲੱਗ ਦੇਸ਼ ਮੰਗਣ ਦੇ ਹੱਕ ਦੇ ਵਿੱਚ ਨਹੀਂ ਹੁੰਦਾ। ਪਰ ਇਹ ਗੱਲਾਂ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਕਿਸੇ ਦਾ ਹੱਕ ਮਾਰ ਲਿਆ ਜਾਵੇ, ਜਦੋਂ ਕਿਸੇ ਦਾ ਹੱਕ ਖੋਹ ਲਿਆ ਜਾਵੇ। ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਆ, ਉਹਨਾਂ ਨੇ ਆਪਣੇ ਨਜਾਇਜ਼ ਜਿਹੜੇ ਆ ਉਹਨਾਂ ਦੇ ਉੱਤੇ ਪਰਚੇ ਪਾਏ ਗਏ ਸੀ, ਉਹਨਾਂ ਦੇ ਸਿੰਘਾਂ ਦੇ ਉੱਤੇ ਪਰਚੇ ਪਾਏ ਗਏ ਸੀ। ਉਸ ਕਰਕੇ ਉਹਨਾਂ ਨੇ ਅਗਵਾਈ ਕੀਤੀ ਤੇ ਸੰਗਤਾਂ ਨੂੰ ਨਾਲ ਲੈ ਕੇ ਗਏ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਸਾਹਿਬ ਜਿਹੜੀ ਆ, ਉਹ ਤਾਂ ਪਹਿਲਾਂ ਹੀ ਉਹਨਾਂ ਨੇ ਵਹੀਰ ਕੱਢਣਾ ਸੀ। ਠੀਕ ਹੈ ਨਾ, ਇਹ ਤਾਂ ਸਾਰਾ ਬਹਾਨਾ ਬਣਾਇਆ ਕਿ ਉੱਥੇ ਲੈ ਕੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿੱਚ, ਜਿਹੜੇ ਕਿ ਇਹ ਲੋਕ ਬੋਲਦੇ ਨੇ, ਚਾਹੇ ਉਹ ਕੋਈ ਰਵਨੀਤ ਬਿੱਟੂ ਵਰਗਾ, ਚਾਹੇ ਕੋਈ ਹੋਰ ਹੈ ਜਾਂ ਢੱਡਰੀਆਂ ਵਾਲਾ ਸਾਧ ਹੈ। ਅਸੀਂ ਉਹਨਾਂ ਸਾਰਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਿਹੜਾ ਨਾ, ਕਿਉਂਕਿ ਜਿਹਨੇ ਜੰਗ ਲੜੀ ਹੋਵੇ ਉਹਨੂੰ ਹੀ ਪਤਾ ਹੁੰਦਾ ਕਿ ਕੀ ਹਿਸਾਬ ਹੁੰਦਾ, ਕੀ ਮੋਰਚੇ ਲੱਗਦੇ ਆ। ਨਿਹੰਗ ਸਿੰਘ ਫੌਜਾਂ ਨੇ ਮਹਾਰਾਜੇ ਰਣਜੀਤ ਸਿੰਘ ਤੋਂ ਪਹਿਲਾਂ ਵੀ ਇਹ ਜਿਹੜੀਆਂ ਨਿਹੰਗ ਸਿੰਘ ਫੌਜਾਂ ਹੀ ਡਟੀਆਂ ਰਹੀਆਂ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਹੀ ਜਾਣ ਲਾਂਗੇ ਕਿਉਂਕਿ ਇਹਨਾਂ ਨੂੰ ਪੁੱਛ ਕੇ ਦੇਖੋ, ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਦੋਂ ਘੱਲੂਘਾਰਾ ਹੋਇਆ ਜਾਂ ਅਬਦਾਲੀ ਵਰਗੇ ਆਏ ਚੜ੍ਹ ਕੇ ਜਾਂ ਜ਼ਕਰੀਏ ਖਾਨ ਵਰਗਿਆਂ ਨੇ ਸਿੱਖਾਂ ਨੂੰ ਬਿਲਕੁਲ ਖ਼ਤਮ ਹੀ ਕਰ ਦਿੱਤਾ ਸੀਗਾ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਛੋਟੇ ਛੋਟੇ ਸਰੂਪ ਜਿਹੜੇ ਆ ਆਪਣੇ ਜੇਬਾਂ ਦੇ ਵਿੱਚ ਸਿੰਘ ਰੱਖਦੇ ਰਹੇ ਆ ਅਤੇ ਜੰਗ ਵੀ ਕਰਦੇ ਰਹੇ ਆ। ਇਸ ਕਰਕੇ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਭ ਸ਼ੋਸ਼ੇ ਹੈ ਕਿ ਸਿੱਖਾਂ ਨੂੰ ਆਪਣੇ ਹੱਕਾਂ ਦੀ ਜਿਹੜੀ ਇਹ ਗੱਲ ਨਾ ਕਰਨ ਦਿੱਤੀ ਜਾਵੇ। ਔਰ ਉਹਨਾਂ ਦਾ ਜਿਹੜਾ ਚਾਹੇ ਕੋਈ ਨੌਜਵਾਨ ਹੈ ਜਿਹੜੇ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਸੀਗੇ, ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜ ਕੇ ਨਸ਼ਿਆਂ ਤੋਂ ਹਟਣ ਲੱਗ ਪਏ। ਇਹਨਾਂ ਦਾ ਕਾਰੋਬਾਰ ਜਿਹੜੇ ਆ ਨਸ਼ਿਆਂ ਦੇ ਜਿਹੜੇ ਚੱਲਦੇ ਸੀ ਉਹ ਰੁਕ ਗਏ ਸਨ। ਇਸ ਕਰਕੇ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਇਹ ਐਕਸ਼ਨ ਲਿਆ। ਤੇ ਹੁਣ ਜਿਹੜਾ ਮੀਡੀਆ ਚੌਥਾ ਥੰਬ ਮੰਨਿਆ ਜਾਂਦਾ ਹੈ ਨਾ, ਸਾਰੇ ਜਣੀ ਆਪਣੇ ਜੋ ਚੀਜ਼ਾਂ ਤੱਕ ਲੋਕਾਂ ਤੱਕ ਪਹੁੰਚਾਉਂਦਾ ਹੈ, ਮੋਰਚੇ ਦੀ ਖਬਰ ਪਹੁੰਚਾਉਂਦਾ ਹੈ ਤੇ ਅੰਮ੍ਰਿਤਪਾਲ ਭਾਈ ਦੀ ਵੀ ਗੱਲ ਪਹੁੰਚਾਉਂਦਾ ਹੈ, ਮੀਡੀਆ ਚੌਥਾ ਥੰਬ ਮੰਨਿਆ ਜਾਂਦਾ ਤੇ ਉਹਨੂੰ ਵੀ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਹੁਣ ਕਹਿੰਦੇ ਥਲੀ ਨੂੰ ਜਿਹੜਾ ਜਗਦੀਪ ਥਲੀ ਹੈ ਤੇ ਉਹਨੂੰ ਵੀ ਚੱਕ ਲਿਆ ਜਾਂਦਾ। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ, ਅਕਾਊਂਟ ਵੀ ਬੰਦ ਕਰ ਦਿੱਤਾ ਜਾਂਦਾ ਨਾ। ਦੇਖੋ ਜੀ, ਜਿਹੜੀ ਭਾਰਤ ਸਰਕਾਰ ਹੈ, ਚਾਹੇ ਉਹ ਕੇਂਦਰੀ ਸਰਕਾਰ ਹੈ, ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਇਸ ਵਕਤ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਅਤੇ ਜਿਹੜਾ ਬੰਦਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦੇ ਨਾਲ 100 ਝੂਠ ਜਿਹੜਾ ਨਾ ਉਹਦੇ ਪਿੱਛੇ ਲੱਗ ਜਾਂਦਾ। ਪਰ ਸਿੱਧੀ ਜੀ ਗੱਲ ਆ ਕਿ ਸੱਚ ਜਿਹੜਾ ਕਦੇ ਲੁਕਿਆ ਨਹੀਂ ਰਹਿ ਸਕਦਾ। ਇਸ ਕਰਕੇ ਜਿਹੜੇ ਵੀ, ਚਾਹੇ ਉਹ ਜਗਦੀਪ ਥਲੀ ਜੀ ਆ, ਚਾਹੇ ਜਸਵੀਰ ਸਿੰਘ ਹੈ KTV ਵਾਲੇ, ਬੀਬੀ ਹਰਸ਼ਰਨ ਕੌਰ ਹੈ ਖਾਲਸਾ ਚੈਨਲ ਵਾਲੀ, ਜਾਂ ਕਈ ਹੋਰ ਸਿੰਘ ਨੇ ਜਿਹੜੇ ਕਿ ਕੌਮੀ ਇਨਸਾਫ ਮੋਰਚੇ ਦੀ ਵੀ ਕਵਰੇਜ ਕਰਦੇ ਸੀਗੇ। ਤੁਹਾਡੇ ਵਰਗੇ ਨੌਜਵਾਨ ਸਿੰਘ ਸੀਗੇ ਜਿਹੜੇ ਚੈਨਲ ਲੈ ਕੇ ਆਉਂਦੇ ਸੀ ਆਪਦੇ ਔਰ ਇੱਥੋਂ ਦੀ ਕਵਰੇਜ ਲੈ ਕੇ ਜਾਂਦੇ ਸੀ। ਉਹਨਾਂ ਦੀ ਰੀਚ ਘਟਾ ਦਿੱਤੀ ਜਾਂਦੀ ਹੈ, ਕਿਸੇ ਨੂੰ ਨਜਾਇਜ਼ ਚੁੱਕ ਲਿਆ ਜਾਂਦਾ, ਉਹਨਾਂ ਦੇ ਉੱਤੇ ਪਰਚੇ ਪਾ ਦਿੱਤੇ ਜਾਂਦੇ ਨੇ, ਉਹਨਾਂ ਦੇ ਫੋਨ ਤੱਕ ਜ਼ਬਤ ਕਰ ਲਏ ਜਾਂਦੇ ਆ। ਜਦੋਂ ਸੋਹਾਣੇ ਪ੍ਰੋਟੈਸਟ ਹੋਇਆ, ਇੱਥੇ ਸਾਡਾ ਇੱਕ ਸਿੰਘ ਹੈ ਜੀ ਮਨਦੀਪ ਸਿੰਘ ਨੋਵਿਸ, ਅਤੇ ਉਹਨਾਂ ਦਾ ਫੋਨ ਫੜ ਲਿਆ ਗਿਆ, ਉਹਨਾਂ ਦੀ ਸਟਿੱਕ ਵਗੈਰਾ ਵੀ ਤੋੜ ਦਿੱਤੀ ਗਈ, ਉਹਨਾਂ ਦਾ ਫੋਨ ਜਿਹੜਾ ਚੈੱਕ ਕੀਤਾ ਗਿਆ, ਸਾਰਾ ਡਾਟਾ ਉਡਾ ਦਿੱਤਾ ਗਿਆ। ਇਹ ਜਿਹੜੀਆਂ ਚੀਜ਼ਾਂ ਸੱਚ ਦਿਖਾਉਣਾ ਵੀ ਗਲਤ ਹੈ। ਸੱਚ ਦਿਖਾਉਣਾ ਜੀ ਪੰਜਾਬ ਸਰਕਾਰ ਦੇ ਲਈ, ਕੇਂਦਰ ਸਰਕਾਰ ਦੇ ਲਈ ਤੇ ਬਿਲਕੁਲ ਗਲਤ ਹੈ। ਜਿਹੜਾ ਇਹਨਾਂ ਦੇ ਹੱਕ ਦੀ ਗੱਲ ਕਰਦਾ ਹੈ, ਚਾਹੇ ਉਹ ਕੋਈ ਸਪੋਕਸਮੈਨ ਵਾਲਾ ਹੈ, ਚਾਹੇ ਕੋਈ ਹੋਰ ਹੈ, ਚਾਹੇ ਆਜ ਤੱਕ ਵਾਲੇ ਆ ਜਾਂ ਨਿਊਜ਼ 18 ਵਾਲੇ ਹੈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਿੱਖਾਂ ਦੇ ਖਿਲਾਫ ਜਿਹੜਾ ਸਾਨੂੰ ਅੱਤਵਾਦੀ ਕਹਿਣਾ, ਵੱਖਵਾਦੀ ਕਹਿਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੋਚ ਕੇ ਬੈਠੇ ਆ। ਚਾਹੇ ਕੋਈ ਇੱਕ ਗੱਲ ਮਿਲਦੀ ਆ ਉਹਨਾਂ ਨੂੰ ਅਤੇ ਉਹ ਉਸ ਦੀਆਂ 4 ਗੱਲਾਂ ਬਣਾ ਕੇ ਅੱਗੇ ਦੱਸਦੇ ਆ। ਇਸ ਕਰਕੇ ਮੈਂ ਉਹਨਾਂ ਸਾਰਿਆਂ ਹੀ ਚੈਨਲ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੋ, ਜੇਕਰ ਤੁਸੀਂ ਚੈਨਲ ਆਪਦਾ ਚਲਾਉਂਦੇ ਹੋ ਨਾ ਤਾਂ ਕੋਈ ਹੋਰ ਖਬਰ ਦਿਖਾ ਲਿਆ ਕਰੋ। ਘੱਟੋ ਘੱਟ ਸਿੱਖਾਂ ਨੂੰ ਅੱਤਵਾਦੀ ਕਹਿਣਾ ਛੱਡ ਦਿਓ। ਠੀਕ ਹੈ ਨਾ ਜੀ, ਅਸੀਂ ਅੱਤਵਾਦੀ ਨਹੀਂ ਹੈਗੇ। ਕੋਈ ਆਪਣੀ ਮਾਂ ਦੇ ਕੁੱਖ ਤੋਂ ਜੰਮ ਕੇ ਅੱਤਵਾਦੀ ਨਹੀਂ ਬਣ ਜਾਂਦਾ, ਉਹਨੂੰ ਹਾਲਾਤ ਅੱਤਵਾਦੀ ਬਣਾਉਂਦੇ ਆ। ਤੁਹਾਡੇ ਵਰਗੇ ਮੀਡੀਆ ਵਾਲੇ ਉਹਨਾਂ ਨੂੰ ਅੱਤਵਾਦੀ ਬਣਾਉਂਦੇ ਆ। ਕੋਈ ਜਗਵਿੰਦਰ ਪਟਿਆਲ ਨਾਮ ਦਾ ਬੰਦਾ ਪੱਤਰਕਾਰ ਹੋ ਕੇ ਲਾਰੈਂਸ ਬਿਸ਼ਨੋਈ ਦੀ, ਜੋ ਕਿ ਇੱਕ ਗੈਂਗਸਟਰ ਹੈ ਔਰ ਇੰਨਾ ਵੱਡਾ ਗੈਂਗਸਟਰ ਹੈ ਕਿ ਉਹ ਸ਼ਰੇਆਮ ਜੇਲ੍ਹ ਦੇ ਵਿੱਚੋਂ ਬੈਠ ਕੇ ਲਾਈਵ ਹੋ ਕੇ ਉਸ ਲਾਈਵ ਚੈਨਲ ਦੇ ਉੱਤੇ ਇਹ ਗੱਲ ਕਹਿੰਦਾ ਕਿ ਮੈਂ ਸਲਮਾਨ ਖਾਨ ਨੂੰ ਵੀ ਮਾਰਾਂਗਾ ਅਤੇ ਅਸੀਂ ਸਿੱਧੂ ਮੂਸੇਵਾਲੇ ਦਾ ਵੀ ਅਸੀਂ ਕਤਲ ਕੀਤਾ। ਸੋ ਇਹ ਗੱਲਾਂ ਕਿੱਥੇ ਜਾਂਦੀਆਂ ਨੇ? ਕੀ ਗੱਲ ਅੱਜ ਚੈਨਲ ਜਿਹੜੇ ਆ ਉਹ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਲੱਗੇ ਆ? ਜਿਹੜਾ ਬੰਦਾ ਆਪਣੇ ਹੱਕ ਹਕੂਕ ਦੇ ਲਈ ਲੜ ਰਿਹਾ, ਆਪਣੀ ਕੌਮ ਦੇ ਲਈ ਲੜ ਰਿਹਾ, ਉਸ ਨੂੰ ਅੱਤਵਾਦੀ ਕਰਾਰ ਦਿੱਤਾ ਜਾਂਦਾ ਹੈ। ਅਤੇ ਜਿਹੜਾ ਗੈਂਗਸਟਰ ਹੈ, ਜੇ ਕੋਈ ਕਿਸੇ ਨੂੰ ਮਾਰਨ ਦੀ ਗੱਲ ਕਰਦਾ ਉਹਨੂੰ ਇੱਕ ਆਪਣੇ ਬੱਚੇ ਵਾਂਗੂ ਜਿਹੜਾ ਟਰੀਟ ਕੀਤਾ ਜਾਂਦਾ। ਇਹ ਸਾਰੀਆਂ ਜੀ ਗੱਲਾਂ ਜਿਹੜੀਆਂ ਨੇ ਬਿਲਕੁਲ ਗਲਤ ਨੇ। ਇਹ ਜਿਹੜਾ ਗੋਦੀ ਮੀਡੀਆ ਹੈ,
ਜੋ ਕਿ ਵਿਕਿਆ ਹੋਇਆ ਹੈ। ਅਸੀਂ ਇਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਇਹੀ ਚੀਜ਼ਾਂ ਦਿਖਾਉਣੀਆਂ ਨੇ ਤਾਂ ਪੰਜਾਬ 'ਚ ਆਪਣੀ ਕਵਰੇਜ ਨਾ ਕਰਿਆ ਕਰੋ, ਪਰ ਜਿਹੜੇ ਸੱਚ 'ਤੇ ਬੋਲਣ ਵਾਲੇ ਜਿਹੜੇ ਚੈਨਲ ਨੇ ਉਹਨਾਂ ਦਾ ਘੱਟੋ ਘੱਟ ਆਪਣੀ ਪੰਜਾਬ ਦੀਆਂ ਸੰਗਤਾਂ ਨੂੰ, ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਉਹ ਵੀ ਆਪਣੇ ਹੀ ਨੌਜਵਾਨ ਨੇ। ਤੇ ਹੁਣ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਨਿਹੰਗ ਸਿੰਘ ਜੀ, ਇੱਥੇ ਵੀ ਇਹ ਵੀ ਬੈਠੇ ਨੇ 3 ਮਹੀਨਿਆਂ ਤੋਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਫਿਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਨੂੰ ਇੱਥੇ ਜੀ? ਤੁਸੀਂ ਕਿੰਨਾ ਪੱਕਾ ਮੋਰਚਾ ਲਾਈ ਬੈਠੇ ਹੋ, ਘਰ-ਬਾਰ ਛੱਡੀ ਬੈਠੇ ਹੋ, ਕਿੰਨਾ ਟਾਈਮ ਹੋ ਗਿਆ ਜੀ? ਅਸੀਂ ਤਾਂ ਘਰ-ਬਾਰ ਬਹੁਤ ਚਿਰ ਦੇ ਛੱਡੇ ਹੋਏ ਨੇ, ਅੱਜ ਦੇ ਨਹੀਂ ਛੱਡੇ ਹੋਏ, 84 ਦੇ ਘਰ-ਬਾਰ ਛੱਡੇ ਹੋਏ ਅਸੀਂ। ਪਰ ਕੌਮੀ ਮੋਰਚਾ ਜਿਹੜਾ ਲੱਗਿਆ ਆਪਣੇ ਕੌਮ ਦੀ ਹੀਰਿਆਂ ਨੂੰ ਇਹਨਾਂ ਨੇ ਬੰਦ ਕੀਤਾ। ਕਈਆਂ ਸਾਲਾਂ ਤੋਂ ਉਹਨਾਂ ਦੀ ਉਮਰ ਵੀ ਲੰਘ ਚੱਲੀ, ਉਹਨਾਂ ਨੂੰ ਕਿਉਂ ਨਹੀਂ ਛੱਡ ਰਹੇ? ਕਿ ਜਿਹੜੇ ਰਾਮ ਰਹੀਮ ਵਰਗੇ ਇਹਨਾਂ ਨੂੰ ਪਰੋਲਾਂ ਦਿੱਤੀਆਂ ਜਾਂਦੀਆਂ, ਕਿ ਜਿਹੜੇ ਕਿ ਪੰਜਾਬ ਦੇ ਹੀਰੇ ਨੇ ਉਹਨਾਂ ਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਵੀ ਇਹਨਾਂ ਦੇ ਸਰਕਾਰ ਦੇ ਵਿੱਚ ਕੋਈ ਤਾਲਮੇਲ ਦੇ ਨਾਲ ਇਹਨਾਂ ਨੇ ਕੀਤਾ ਹੋਇਆ ਮੋਰਚਾ ਕੋਈ, ਕਿ ਜਾਂ ਸਰਕਾਰਾਂ ਜਿਹੜੀਆਂ ਨੇ ਇਹ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀਆਂ ਨੇ। ਤੇ ਅੱਜ ਤੱਕ 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਤਾਂ ਦੱਬੀਆਂ ਨਹੀਂ ਗਈਆਂ ਇਹਨਾਂ ਦੇ ਕੋਲੋਂ, ਨਾ ਇਹ ਦੱਬੀਆਂ ਜਾਣ। ਹੀ ਸ਼ੇਰਾਂ ਦੀ ਕੌਮ ਆ, ਸ਼ੇਰਾਂ ਦੀ ਕੌਮ ਕਦੇ ਦੱਬੀ ਨਹੀਂ ਜਾਂਦੀ। ਜੋ ਮਰਜ਼ੀ ਇਹ ਕਰੀ ਜਾਣ, ਚਾਹੇ ਮੀਡੀਆ ਬੰਦ ਕਰਨ, ਚਾਹੇ ਜੋ ਮਰਜ਼ੀ ਕਰਨ ਇਹ, ਪਰ ਸ਼ੇਰਾਂ ਦੀ ਕੌਮ ਨੇ ਗੱਜਦੀ ਰਹਿਣਾ। ਇਹਨਾਂ ਨੇ ਆਪਣੀ ਗਰਜ ਨਹੀਂ ਛੱਡਣੀ, ਸ਼ੁਰੂ ਤੋਂ ਹੀ ਗੱਜਦੇ ਰਹੇ ਆ। ਇਸ ਵੇਲੇ ਵੀ ਅਸੀਂ ਜੰਗਲਾਂ 'ਚ ਬੈਠੇ ਆ, ਕੋਈ ਸਾਡੀ ਕੋਠੀ ਨਹੀਂ ਇੱਥੇ ਹੈਗੀ, ਕੋਈ ਸਾਡਾ ਮਕਾਨ ਨਹੀਂ ਹੈਗਾ, ਕੋਈ ਸਾਡਾ ਦਫ਼ਤਰ ਨਹੀਂ ਹੈਗਾ। ਅਸੀਂ ਆ ਜੰਗਲਾਂ ਦੇ 'ਚ ਬੈਠੇ, ਸਾਡੇ ਘੋੜੇ ਆ ਖਲੋਤੇ ਆ। ਲੇਕਿਨ ਸਰਕਾਰ ਨੂੰ ਇੰਨੀ ਸ਼ਰਮ ਹੋਣੀ ਚਾਹੀਦੀ ਆ। ਸਰਕਾਰ ਅੰਮ੍ਰਿਤ ਨੂੰ ਖਤਮ ਕਰਕੇ ਤੇ ਯਾਰ ਲੋਕਾਂ ਦੇ ਮੂੰਹ 'ਚ ਕਿਉਂ ਪਾਉਂਦੀ ਆ? ਜੇ ਅਕਾਲੀ ਸਰਕਾਰ ਆਈ ਤੇ ਉਹਨੇ ਚਿੱਟਾ ਲੈ ਕੇ ਆ ਗਈ। ਤੇ ਜੇ ਹੁਣ ਇਹ ਭਗਵੰਤ ਮਾਨ ਆ, ਇਹ ਕਹਿੰਦਾ ਲੋਕਲ ਦੁਕਾਨਾਂ ਤੋਂ ਸ਼ਰਾਬ ਮਿਲੂਗੀ, ਅੰਮ੍ਰਿਤ ਤੁਸੀਂ ਨਾ ਛਕੋ, ਫਿਟੇ ਮੂੰਹ ਇਹੋ ਜਿਹੇ ਮੁੱਖ ਮੰਤਰੀ ਦਾ। ਇਹਨੂੰ ਮੁੱਖ ਮੰਤਰੀ ਕਿਹਨੇ ਬਣਾ ਦਿੱਤਾ ਸੀਗਾ? ਤੇ ਇਹਨੂੰ ਦੇ ਪਹਿਲਾਂ ਆਮਦਨ ਵਧਦੀ ਆ ਸਰਕਾਰ ਦੀ, ਉਹਦੇ ਨਾਲ ਜੀ ਆਮਦਨ ਵਧਦੀ ਹੈ, ਫਿਰ ਉਹ ਤੋਂ ਪੈਸਾ ਜਿਹੜਾ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵੀ ਖਜ਼ਾਨਾ ਭਰੂਗਾ, ਤਾਂ ਕਰਕੇ ਵੀ ਇਹਨਾਂ ਨੇ ਸ਼ਰਾਬ ਤੋਂ ਹੀ ਪੈਸਾ ਆਉਂਦਾ। ਗਲਤ ਗੱਲ ਹੈ। ਮੱਛੇ ਰੰਗੜ ਨਹੀਂ ਸਾਰੇ ਬਣਾਉਣੇ ਪੰਜਾਬ ਦੇ ਵਿੱਚ। ਇਹ ਇੱਕ ਹੀ ਮੱਛਾ ਰੰਗੜੀ ਜਿਹਨੂੰ ਸੁੱਖਾ ਸਿੰਘ ਮਤਾਬ ਸਿੰਘ ਲੈ ਕੇ ਗਏ ਸੀ ਬੁੱਢੇ ਜੋੜ ਉਹਦੇ ਖਿੱਦੋ ਖੁੰਡੀ ਖੇਡੀ ਸੀ ਨਾ, ਉਹੀ ਹਾਲਤ ਮੁੜ ਕੇ ਇਹਨਾਂ ਲੋਕਾਂ ਦਾ ਹੋਣਾ। ਤੇ ਇਹਨਾਂ ਨੂੰ ਇੰਨਾ ਸ਼ਰਮ ਹੋਣੀ ਚਾਹੀਦੀ ਆ ਵੀ ਇਹ ਨਸ਼ੇ ਖਤਮ ਕਰਨੇ ਚਾਹੀਦੇ। ਨਸ਼ੇ ਤੇ ਆਪ ਚਾਲੂ ਕਰਦੇ ਆ ਸਰਕਾਰਾਂ। ਇਹ ਸਰਕਾਰਾਂ ਨੇ ਸਹੁੰ ਖਾ ਕੇ ਵੀ ਇਹ ਨਸ਼ੇ ਖਤਮ ਕਰਾਂਗੇ। ਇਹ ਨਸ਼ੇ ਕਹਿੰਦੇ ਹੁਣ ਪ੍ਰਾਈਵੇਟ ਦੁਕਾਨਾਂ ਤੋਂ ਮਿਲਣਗੇ। ਕੀ ਗੱਲ, ਇਹ ਪੰਜਾਬ ਨਹੀਂ ਆ? ਇਹ ਕੀ ਮਸਾਨ ਘਰ ਹੈ ਵੀ ਇਹਦੇ ਵਿੱਚ ਅਸੀਂ ਜੋ ਮਰਜ਼ੀ ਕਰੀ ਜਾਵਾਂਗੇ? ਜਨਤਾ ਦੀਆਂ ਵੋਟਾਂ ਲੈ ਕੇ ਕਹਿੰਦਾ 3 ਲੱਖ ਬੰਦੇ ਨੂੰ ਮੈਂ ਜਵਾਬ ਦੇਣਾ। 3 ਕਰੋੜ ਨੂੰ ਕਿਵੇਂ ਜਵਾਬ ਦੇ ਸਕੂਗਾ? ਇਹ ਦੱਸੇ ਤਾਂ ਸਾਨੂੰ। ਪਹਿਲਾਂ ਉਹਨਾਂ ਦੇ ਮੂੰਹ ਦੇ ਨਸ਼ੇ ਪਾ ਕੇ ਉਹਨਾਂ ਕੋਲ ਜਵਾਬ ਲਊਗਾ। ਵੀ ਜੇ ਕੋਈ ਗੁਰੂ ਕੇ ਸਿੱਖੀ ਦੇ ਬਾਰੇ ਸੋਚਦਾ ਵੀ ਮੈਂ ਗੁਰੂ ਕਾ ਸਿੱਖ ਬਣ ਜਾ, ਨਸ਼ਾ ਛੱਡਦਾ, ਉਹ ਗਲਤੀ ਨਹੀਂ ਕਰਦਾ, ਉਹ ਚੰਗਾ। ਵੀ ਜੇ ਉਹ ਗੁਰੂ ਕੇ ਲੇਖੇ ਲੱਗਦਾ ਆ, ਗੁਰੂ ਕਾ ਜਹਾਜ਼ੇ ਚੜ੍ਹਦਾ ਆ, ਉਹਦੇ ਇੱਕ ਬਣ ਗਿਆ ਗੁਰੂ ਕਾ ਪੁੱਤਰ। ਤੇ ਗੁਰੂ ਕੇ ਪੁੱਤਰਾਂ ਨੂੰ ਗੁਰੂ ਕੇ ਪੁੱਤਰਾਂ ਦੇ ਮੂੰਹ ਇਹਨਾਂ ਨੇ ਕਹਿੰਦੇ ਇਹ ਦਾਰੂ ਪਾਉਣੀ, ਤਾਂ ਕਿਵੇਂ ਪਾਉਣਗੇ ਇਹ ਦਾਰੂ? ਵੀ ਜਿਹੜੇ ਇਹਨੇ ਬਿਆਨ ਦਿੱਤੇ ਨੇ ਵੀ ਇਹ ਜਿਹੜੇ ਆ ਸਾਡੇ ਸਰਕਾਰ ਜਿਹੜੇ ਸਿੱਖ ਅੰਮ੍ਰਿਤ ਛਕਦੇ ਨੇ, ਇਹ ਆਤੰਕਵਾਦੀ ਤਾਂ ਸਰਕਾਰ ਆ। ਇਹ ਸੈਂਟਰ ਸਰਕਾਰ ਆਤੰਕਵਾਦੀ ਆ। ਸਿੱਖ ਨਹੀਂ, ਸਿੱਖ ਦੇ ਆਪਣੀ ਬਹਾਲੀ ਵਾਸਤੇ ਆ ਮੋਰਚੇ ਲਾ ਕੇ ਬੈਠੇ ਇੱਥੇ ਵੀ ਸਾਡੇ ਬੰਦੀ ਸਿੰਘ ਰਿਹਾ ਕਰ ਦੋ। ਅਸੀਂ ਤੋਂ ਚਲੇ ਜਾਂਦੇ ਆ। ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਫਿਰ ਸਰਕਾਰ ਨਾਲ, ਜਿਹੜੇ ਜਦੋਂ 3 ਮਹੀਨੇ ਹੋ ਗਏ ਕੋਈ ਗੱਲਬਾਤ ਨਹੀਂ ਹੋਈ। ਕੋਈ ਸਰਕਾਰ ਨਹੀਂ ਇੱਥੇ ਆਈ, ਨਾ ਇੱਥੇ ਭਗਵੰਤ ਮਾਨ ਆਇਆ, ਨਾ ਕੋਈ ਸਰਕਾਰ ਆਈ ਆ, ਨਾ ਸਰਕਾਰ ਇੱਥੇ ਆ ਹੀ ਸਕਦੀ ਹੈ। ਸਰਕਾਰ ਆਵੇ ਕਿਵੇਂ? ਸਰਕਾਰ ਸੱਚ ਦੇ ਸਾਹਮਣੇ ਨਹੀਂ ਆਉਂਦੀ। ਸਰਕਾਰ ਝੂਠੀ ਆ, ਜਿਹੜੀ ਝੂਠੀ। ਕਹਿੰਦੇ ਵੀ ਪਹਿਲਾਂ ਵਰਗਾ ਮਾਹੌਲ ਪੈਦਾ ਹੋ ਸਕਦਾ ਦੁਬਾਰੇ ਜੇ ਇਹਨਾਂ ਬੰਦੀ ਸਿੰਘ ਨੂੰ ਰਿਹਾ ਕਰਤਾ। ਕਦੇ ਨਹੀਂ ਹੋ ਸਕਦਾ, ਕਦੇ ਹੋ ਸਕਦਾ ਕਦੇ? ਇਹ ਸਿੱਖ ਭਲਾ ਕਰਦੇ, ਸਰਬੱਤ ਦਾ ਭਲਾ ਮੰਗਦੇ, ਖਾਲਸਾ ਸਰਬੱਤ ਦਾ ਭਲਾ ਮੰਗਦੇ। ਸਾਡੇ ਗੁਰੂ ਘਰਾਂ ਵਿੱਚ ਆ ਕੇ ਮੁਸਲਮਾਨ, ਹਿੰਦੂ ਸਾਰੇ ਰੋਟੀਆਂ ਖਾਂਦੇ, ਈਸਾਈ ਸਾਰੇ ਦਰਬਾਰ ਸਾਹਿਬ ਜਾ ਕੇ ਲੰਗਰ ਛਕਦੇ। ਅਸੀਂ ਕਿਸੇ ਦੇ ਉੱਤੇ ਕਿਸੇ ਦੇ ਮਾਰਦੇ, ਕਿਸੇ ਨੂੰ ਕੁੱਟਦੇ, ਕਿਸੇ ਨੂੰ ਬਾਹਰ ਕੱਢਦੇ ਗੁਰਦੁਆਰੇ 'ਚ। ਸਿੱਖ ਸਰਬੱਤ ਦਾ ਭਲਾ ਕਰਦਾ, ਸਿੱਖ ਕੌਮ ਦੇ ਭਲੇ ਕਰਨ ਵਾਲੀ ਕੌਮ ਨੂੰ ਅੱਤਵਾਦੀ ਬਤਾਰੀ ਸਰਕਾਰ। ਕਿਉਂ ਬਤਾਰੀ ਅੱਤਵਾਦੀ? ਸਿੱਖਾਂ ਨੇ ਕੀ ਮਾੜਾ ਕੀਤਾ ਕਿਸੇ ਦਾ? ਸਰਕਾਰ ਅੱਤਵਾਦੀ, ਜਿਨ੍ਹਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ। ਸਰਕਾਰ ਅੱਤਵਾਦੀ ਜਿਹੜੀ ਗੁਰਦੁਆਰਿਆਂ 'ਤੇ ਹਮਲਾ ਕਰ ਰਹੀ ਹੈ। ਸਿੱਖ ਥੋੜ੍ਹਾ ਅੱਤਵਾਦੀ, ਸਿੱਖ ਤੇ ਭਲਾ ਕਰਦੇ ਸਰਬੱਤ ਦਾ। ਸਿੱਖ ਜੇ ਅੱਤਵਾਦੀ ਹੋ ਗਏ ਤੇ ਦੱਸੋ ਸਿੱਖਾਂ ਨੇ ਕੀ ਮਾੜਾ ਕੀਤਾ? ਸਿੱਖ ਕਿਸੇ ਦਾ ਮਾਰ ਰਹੇ, ਕਿਸੇ ਦੇ ਬੱਚੇ ਨੂੰ ਮਾਰ ਰਹੇ, ਜਾਂ ਕਿਸੇ ਦੇ ਬੰਦੇ ਨੂੰ ਮਾਰ ਰਹੇ। ਸਿੱਖ ਤੇ ਆਪਣੀ ਮਿਹਨਤ ਕਰਕੇ, ਕਿਰਤ ਕਰਕੇ, ਕਮਾਈ ਕਰਕੇ ਖਾ ਰਹੇ ਆ।
ਸਿੱਖਾਂ ਨੂੰ ਕਿਉਂ ਅੱਤਵਾਦੀ ਬਤਾਈ ਜਾ ਰਹੀ? ਜੇ ਸਿੱਖ ਨੂੰ ਅੱਤਵਾਦੀ ਬਤਾ ਰਹੀ, ਸਿੱਖਾਂ ਕੋਲ ਰਫਲਾਂ ਹਨ, ਉਹਨਾਂ ਨੇ ਆਪਣੀ ਹਿਫਾਜ਼ਤ ਵਾਸਤੇ ਰੱਖੀਆਂ, ਉਹਨਾਂ ਨੇ ਆਪਣੇ ਹਥਿਆਰ ਰੱਖਿਆ ਕਿ ਕੱਲ ਨੂੰ ਕੋਈ ਸਾਡੇ ਤੇ ਆ ਕੇ ਚੜ ਕੇ ਅਸੀਂ ਆਪਣੀ ਰਫਲਾਂ ਦੀ ਆਪਣੀ ਰਖਵਾਲੀ ਵਾਸਤੇ ਰੱਖੀਆਂ ਰਫਲਾਂ। ਇਹ ਸਰਕਾਰ ਕਹਿੰਦੀ ਹੈ ਕਿ ਸਿੱਖਾਂ ਕੋਲ ਰਫਲਾਂ, ਸਿੱਖ ਅੱਤਵਾਦੀ। ਫਿਰ ਸਰਕਾਰ ਕੋਲ ਕਿੰਨੀਆਂ ਰਫਲਾਂ? ਸਰਕਾਰ ਦੀ ਮਿਲਟਰੀ ਅੱਤਵਾਦੀ। ਫਿਰ ਸਾਰੀ ਸਰਕਾਰ ਦੀ ਜਿਹੜੀ ਇੱਥੇ ਰਫਲਾਂ ਲੈ ਕੇ ਤੁਰੇ ਫਿਰਦੇ ਸਾਰੇ ਅੱਤਵਾਦੀ। ਫਿਰ ਉਹ ਸਾਡੇ ਵਾਸਤੇ ਅੱਤਵਾਦੀ, ਸਾਨੂੰ ਮਾਰਨ ਵਾਸਤੇ ਉਹਨਾਂ ਰਫਲਾਂ ਚੁੱਕੀਆਂ। ਉਹ ਅੱਤਵਾਦੀ ਸਰਕਾਰ ਦੇ ਬੰਦੇ ਜਿਹੜੇ ਰਫਲਾਂ ਚੁੱਕੀ ਫਿਰਦੇ ਉਹ ਅੱਤਵਾਦੀ ਆ, ਅਸੀਂ ਥੋੜਾ ਅੱਤਵਾਦੀ ਆ। ਮਿਲਟਰੀ ਦਾ ਕਹਿੰਦੇ ਆਪਣੀ ਸੇਵਾ ਲਈ ਆ, ਆਪਣੀ ਪ੍ਰੋਟੈਕਸ਼ਨ ਲਈ ਆ ਆਪਣੀ। ਫਿਰ ਸਿੱਖਾਂ ਨੂੰ ਕਿਉਂ ਅੱਤਵਾਦੀ ਕਹਿ ਰਹੇ? ਸਿੱਖਾਂ ਕੋਲ ਜੇ ਰਫਲਾਂ ਤੇ ਉਹਨਾਂ ਨੇ ਆਪਣੀ ਹਿਫਾਜ਼ਤ ਵਾਸਤੇ ਰੱਖੀਆਂ, ਉਹਨਾਂ ਨੇ ਆਪਣੀ ਮਦਦ ਵਾਸਤੇ ਰੱਖੀਆਂ ਰਫਲਾਂ। ਜੇ ਰੱਖੀਆਂ, ਹਥਿਆਰ ਰੱਖਿਆ, ਆਪਣੀ ਹਿਫਾਜ਼ਤ ਵਾਸਤੇ ਰੱਖਿਆ, ਆਪਣੀ ਮਦਦ ਵਾਸਤੇ ਰੱਖੇ। ਜੇ ਕੱਲ ਨੂੰ ਕੋਈ ਸਾਡੇ ਉੱਤੇ ਚੜ ਕੇ ਆ ਜਾਏ, ਅਸੀਂ ਕਿਸੇ ਗਾੜੀ ਹੱਥ ਥੋੜਾ ਜੋੜਾਂਗੇ, ਆਪਣੀ ਪੱਗ ਉਹਦੇ ਪੈਰਾਂ ਵਿੱਚ ਥੋੜਾ ਰੱਖਾਂਗੇ ਰਲ ਕੇ। ਆਪਣੀ ਹਥਿਆਰ ਆਪਣੀ ਹਿਫਾਜ਼ਤ ਵਾਸਤੇ ਰੱਖੇ ਆ। ਠੀਕ ਹੈ ਜੀ। ਕਿਉਂ ਸਾਨੂੰ ਅੱਤਵਾਦੀ ਕਹਿੰਦੇ? ਜੇ ਸਾਡੇ ਕੋਲ ਰਫਲ ਆ, ਜੇ ਸਾਡੇ ਕੋਲ ਕੋਈ ਕੁਝ ਵੀ ਚੀਜ਼ ਆ, ਕਿਉਂ ਅੱਤਵਾਦੀ ਕਹਿੰਦੇ ਆ? ਜੇ ਸਰਕਾਰ ਕੋਲ ਹਥਿਆਰ ਆ, ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਤੁਸੀਂ ਅੱਤਵਾਦੀ ਜਿਹੜੇ ਸਾਡੇ ਉੱਤੇ ਬੰਦੂਕਾਂ ਲੈ ਕੇ 4 ਸਵੇਰੇ ਸਾਨੂੰ ਘੇਰਾ ਪਾ ਕੇ ਬੈਠੇ ਚੰਡੀਗੜ੍ਹ ਵਿੱਚ, ਇਹ ਸਰਕਾਰ ਅੱਤਵਾਦੀ ਜਿਹੜੀ ਬਾਹਰੋਂ ਫੋਰਸ ਸੱਦ ਕੇ ਸਾਡੇ ਸਿੱਖਾਂ ਉੱਤੇ ਕਦੀ ਕਹਿੰਦੇ 22 ਤਰੀਕ ਨੂੰ ਹਮਲਾ ਕਰਾਂਗੇ, ਕਦੀ ਕਹਿੰਦੇ ਕਿਸੇ ਤਰੀਕ ਨੂੰ ਹਮਲਾ ਕਰਾਂ। ਆਓ ਤਾਂ ਸਹੀ, ਆ ਕੇ ਦੇਖੋ, ਅਸੀਂ ਸਿੱਖਾਂ ਨਾਲ 2 ਹੱਥ ਕਰਕੇ ਤੁਹਾਡੇ ਕਿੱਦਾਂ ਚਣੇ ਚਬਾਉਣੇ ਤੁਹਾਨੂੰ। ਆਓ ਤਾਂ ਸਹੀ। ਤੁਸੀਂ ਕਹਿੰਦੇ 22 ਤਰੀਕ ਨੂੰ ਆਵਾਂਗੇ, ਮੋਰਚਾ ਚੁਕਾਵਾਂਗੇ ਬੰਦੀ ਸਿੰਘਾਂ ਦਾ, ਆਏ ਨਹੀਂ। ਫਿਰ ਮੈਂ ਇੱਥੇ ਕੰਮ ਜੋਧਾ ਬਣ ਕੇ ਗੱਜਦਾ ਰਿਹਾ, ਆਏ ਕਿਉਂ ਨਹੀਂ? ਫਿਰ ਆਏ ਕਿਉਂ ਨਹੀਂ 22 ਤਰੀਕ ਤੇ? ਮਾਂ ਦਾ ਦੁੱਧ ਕਿਉਂ ਨਹੀਂ ਪੀਤਾ? ਇਹੋ ਜਿਹੀ ਸਰਕਾਰ, ਗੰਦੀ ਸਰਕਾਰ। ਸ਼ੁਰੂ ਤੋਂ ਸਿੱਖਾਂ ਦੀ ਸਰਕਾਰ ਵੈਰੀ ਰਹੀ ਆ, ਸਿੱਖਾਂ ਦੇ ਵੈਰੀ ਰਹੀ ਸਰਕਾਰ। ਸਿੱਖਾਂ ਦੇ ਗਲਾਂ 'ਚ ਪਾ ਕੇ ਟਾਇਰ ਪਾ ਕੇ ਸਾੜਿਆ, ਇਹੋ ਜਿਹੀ ਸਰਕਾਰ, ਗੰਦੀ ਸਰਕਾਰ। ਇੰਦਰਾ ਗਾਂਧੀ ਸਰਕਾਰ, ਗੰਦੀ ਸਰਕਾਰ, ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ, ਕਾਹਦੀ ਸਰਕਾਰ ਹੈ? ਅਸੀਂ ਫਿਰ ਅੰਨੇ ਹੋਏ, ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਜਿਤਾ ਰਹੇ ਇਹਨਾਂ ਨੂੰ। ਉਹ ਸਾਡੀਆਂ ਵੋਟਾਂ ਲੈ ਕੇ ਸਾਡੇ ਸਿਰ 'ਚ ਛਿੱਤਰ ਮਾਰਦੇ ਆ। ਆਪਾਂ ਨੂੰ ਵੀ ਥੋੜ੍ਹਾ ਜਿਹਾ ਸਿੱਧੇ ਪਾਸੇ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਨੂੰ ਨਾ ਵੋਟਾਂ ਪਾਈਏ, ਅਸੀਂ ਗੁਰੂ ਕਲਗੀਧਰ ਦੇ ਪਾਤਸ਼ਾਹ ਨੂੰ ਵੋਟ ਪਾਈਏ, ਸਿੱਖ ਸਮਝੀਏ। ਕਿਉਂ ਵੋਟਾਂ ਪਾ ਕੇ ਅਸੀਂ ਮੰਤਰੀ ਬਣਾਉਂਦੇ ਆ? ਮੰਤਰੀ ਸਾਡੇ ਕੋਈ ਮਦਦ ਕਰ ਰਿਹਾ, ਸਾਨੂੰ ਇੱਥੇ ਆ ਕੇ ਕੋਈ ਰੋਟੀ ਦੇ ਰਿਹਾ, ਕੋਈ ਸਾਨੂੰ ਕਣਕ ਬੀਜ ਕੇ ਦੇ ਰਿਹਾ। ਮੰਤਰੀ ਦੇ ਆਪਣੇ ਕੁਰਸੀ ਤੇ ਬੈਠਾ ਸਾਡਾ ਖੂਨ ਨਿਚੋੜ ਕੇ ਰੋਟੀਆਂ ਖਾ ਰਿਹਾ, ਸਾਡਾ ਪੈਸਾ ਮੰਤਰੀ ਖਾ ਰਿਹਾ। ਕਾਹਦਾ ਮੰਤਰੀ ਹੈ ਪੰਜਾਬ ਦਾ ਮੰਤਰੀ ਤਾਂ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਹਨੇ ਧਰਤੀ ਸਜਾਈ ਆ। ਇਹ ਧਰਤੀ ਕਿਹਦੇ ਪਿਓ ਨੇ ਬਣਾਈ ਆ? ਇਹ ਧਰਤੀ ਤਾਂ ਗੁਰੂ ਖਾਲਸੇ ਪੰਥ ਦੀ ਧਰਤੀ ਆ, ਮਹਾਰਾਜ ਦੀ ਧਰਤੀ ਸਾਜੀ ਆ। ਵੋਟਾਂ ਵੀ ਆਪਾਂ ਹੀ ਪਾਉਂਦੇ ਆ ਸਾਰੇ। ਹੁਣ ਜਿਹੜੇ ਮੈਂ ਤਾਂ ਕਦੀ ਮੇਰੀ ਵੋਟ ਬਣੀ ਨਹੀਂ। ਮੈਨੂੰ ਕੀ ਪਤਾ ਕਿੱਦਾਂ ਵੋਟ ਪਾਈ ਦੀ? ਇਹੋ ਲੋਕ ਆ ਜਿਹੜੇ ਲੋਕ ਲਾਲਚੀ ਪਿੱਛੇ ਲਾਲਚੀ ਲੋਕ ਆ, ਜਿਹੜੇ ਲਾਲਚ ਪਿੱਛੇ ਲੱਗ ਕੇ ਵੋਟਾਂ ਪਾ ਦਿੰਦੇ ਆ। ਉਹਨਾਂ ਨੂੰ ਕੁਛ ਦਿੰਦਾ ਹੋਣਾ ਮੰਤਰੀ, ਉਹ ਲਾਲਚੀ ਆ ਜਿਹੜੇ ਵੋਟਾਂ ਪਾ ਕੇ ਮੰਤਰੀ ਬਣਾ ਦਿੰਦੇ ਆ। ਬਦਲਾਅ ਨੂੰ ਆਪਾਂ ਵੋਟਾਂ ਪਾਈਆਂ ਸੀ, ਹੁਣ ਤਾਂ ਆਮ ਪਾਰਟੀ ਆਈ ਆ। ਪਹਿਲੀਆਂ ਸਰਕਾਰਾਂ ਨਾਲ ਹੁਣ ਤਾਂ ਬਦਲਾਅ ਆਇਆ ਨਾ, ਬਦਲਾਅ ਆਇਆ ਸੀ। ਪੰਜਾਬ ਕਹਿੰਦਾ ਸੀ ਬਦਲਾਅ ਆ, ਉਹੀ ਕੰਮ ਰਿਹਾ। ਕੋਈ ਬਦਲਾਅ ਨਹੀਂ ਹੋਇਆ, ਕੋਈ ਮਹਿੰਗਾਈ ਨਹੀਂ ਘਟੀ, ਕੋਈ ਸੌਦਾ ਖਾਣ ਪੀਣ ਵਾਲੀ ਚੀਜ਼ ਨਹੀਂ ਸਸਤੀ ਹੋਈ। ਫਿਰ ਚੀਜ਼ਾਂ ਉਹ ਮਹਿੰਗੀਆਂ ਤੇ ਮਹਿੰਗੀਆਂ ਚੀਜ਼ਾਂ ਹੋ ਗਈਆਂ। ਕੋਈ ਵੀ ਸਰਕਾਰ ਆਈ ਨਾ, ਚਾਹੇ ਬਾਦਲ ਸਰਕਾਰ ਆ ਗਈ, ਚਾਹੇ ਕੈਪਟਨ ਸਰਕਾਰ ਆ ਗਈ, ਚਾਹੇ ਮੋਦੀ ਸਰਕਾਰ ਆ ਗਈ, ਚਾਹੇ ਭਗਵੰਤ ਮਾਨ ਦੀ ਸਰਕਾਰ ਆ ਗਈ, ਇਹਨਾਂ ਨੇ ਕੋਈ ਕਹਿੰਦੇ ਬਿੱਲ ਜ਼ੀਰੋ ਆਉਂਦੇ ਨੇ ਸਾਰੇ ਘਰਾਂ ਦੇ। ਬਿੱਲ ਨੂੰ ਅਸੀਂ ਗੋਲੀ ਮਾਰਨੀ ਆ, ਅਸੀਂ ਬੱਤੀ ਨੂੰ ਕੀ ਕਰਨਾ? ਸਾਡੇ ਬੰਦੀ ਸਿੰਘ ਨਹੀਂ ਸੜ ਰਹੇ, ਕਿਉਂ ਨਹੀਂ ਸੜ ਰਹੇ ਬੰਦੀ ਸਿੰਘ? ਬੱਤੀ ਨੂੰ ਇਹ ਤਾਂ ਕਹਿੰਦੇ ਕੇਂਦਰ ਦਾ ਫੈਸਲਾ, ਵੀ ਕੇਂਦਰ ਦੇ ਹੱਥ ਦੇ ਵਿੱਚ ਹੈ। ਕੇਂਦਰ ਸਰਕਾਰ ਕੋਈ ਨਹੀਂ, ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ। ਜੇ ਨਾ ਛੱਡਿਆ, ਇੱਥੇ ਸਾਡੇ ਪੱਕੇ ਕਮਰੇ ਬਣ ਗਏ। ਇੱਥੇ ਜਿੰਨੇ ਮਾਈ ਦਾ ਦੁੱਧ ਪੀਤਾ, ਕੋਈ ਮਿਲਟਰੀ ਖਾਲਸੇ ਅੱਗੇ ਨਹੀਂ ਅੜੀ। ਖਾਲਸੇ ਨੇ ਪਹਿਲਾਂ ਵੀ ਭਜਾਏ ਸੀ, ਹੁਣ ਵੀ ਭਜਾਉਣੇ ਖਾਲਸੇ ਨੇ। ਜਿਹੜਾ ਅੱਗੇ ਆ ਗਿਆ, ਖਾਲਸੇ ਨੇ ਰੂਹ ਨਾਲ ਡਾਂਗ ਫੇਰਨੀ, ਰੂਹ ਨਾਲ ਕਿਰਪਾਨ ਫੇਰਨੀ, ਜਿਹੜਾ ਸਾਡੇ ਤੇ ਆ ਗਿਆ ਰਫਲਾ ਲੈ ਕੇ ਚੜ ਕੇ। ਕਿਵੇਂ ਲੱਗਦਾ ਤੁਹਾਨੂੰ ਵੀ ਜਿਹੜਾ ਕਹਿੰਦੇ ਵੀ ਮਾਹੌਲ ਵੀ ਬੰਦੀ ਸਿੰਘ ਕਿਉਂ ਨਹੀਂ ਛੱਡ ਰਹੇ? ਵੀ ਕਹਿੰਦੇ ਮਾਹੌਲ ਦੁਬਾਰਾ ਨਾ ਖਰਾਬ ਹੋ ਜਾਵੇ, ਦੁਬਾਰਾ ਆਪਣੀਆਂ ਸਾਜ਼ਿਸ਼ਾਂ ਬਣਾਉਣਗੇ, ਵੀ ਮਨੁੱਖੀ ਬੰਬ ਬਣਾਉਣਗੇ, ਦੁਬਾਰਾ ਵੀ ਸਾਜ਼ਿਸ਼ਾਂ ਕਰਨਗੇ, ਵੀ ਦੁਬਾਰਾ ਅੱਤਵਾਦ ਫੈਲ ਸਕਦਾ, ਮਾਹੌਲ ਖਰਾਬ ਹੋ ਸਕਦਾ ਪੰਜਾਬ ਦਾ, ਤਾਂ ਕਰਕੇ ਇਹਨਾਂ ਨੂੰ ਰਿਹਾ ਨਹੀਂ ਕਰ ਰਹੇ। ਦੇਖੋ ਜੀ, ਉਹੀ ਭਗਵੰਤ ਮਾਨ ਹੈ ਜੋ ਕਿ 2015 ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਨੇ ਭੁੱਖ ਹੜਤਾਲ ਜਦੋਂ ਲਾਇਆ ਹੋਇਆ ਸੀਗਾ, ਪ੍ਰੋਟੈਸਟ ਕਰ ਰਹੇ ਸੀ ਗੁਰਦੁਆਰਾ ਅੰਬ ਸਾਹਿਬ ਵਿਖੇ, ਤੇ ਉਹ ਭਗਵੰਤ ਮਾਨ ਉੱਥੇ ਉਹਨਾਂ ਦੇ ਚਰਨ ਫੜ ਕੇ, ਉਹਨਾਂ ਦੇ ਗੋਡੇ ਫੜ ਕੇ ਕਹਿ ਰਿਹਾ ਸੀ ਕਿ ਮੈਂ ਜੇਕਰ ਮੁੱਖ ਮੰਤਰੀ ਬਣ ਗਿਆ ਤੇ ਮੈਂ ਜ਼ਰੂਰ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗਾ। ਜਗਤਾਰ ਸਿੰਘ ਹਵਾਰੇ ਜੀ ਉਹਨਾਂ ਨੂੰ, ਭਾਈ ਤਾਰਾ ਜੀ, ਭਾਈ ਭਿਓਰਾ ਜੀ ਇਹਨਾਂ ਨੂੰ, ਇਹ ਸਾਰੇ ਜਿਹੜੇ ਸਿੰਘ ਨੇ ਆਪਣੇ ਬੰਦੀ ਸਿੰਘ ਅੰਦਰ ਬੈਠੇ ਆ ਜੇਲ੍ਹਾਂ ਦੇ ਵਿੱਚ 20 ਸਾਲ ਤੋਂ ਉੱਤੇ, ਜਿਨ੍ਹਾਂ ਨੂੰ ਹੋ ਚੱਲੇ ਆ 27 ਸਾਲ ਹੋ ਚੱਲ, ਤੇ ਮੈਂ ਉਹਨਾਂ ਸਾਰੇ ਸਿੰਘਾਂ ਨੂੰ ਜਿਹੜਾ ਬਾਹਰ ਲੈ ਕੇ ਆਊਂਗਾ। ਤੇ ਅੱਜ ਉਹੀ ਭਗਵੰਤ ਮਾਨ ਜਿਹੜਾ ਹੈ ਇਹ ਬਿਆਨ ਕਰਦਾ ਹੈ ਕਿ ਮੈਂ ਤਾਂ ਜੀ, ਮੇਰੇ ਤੇ ਕੋਈ ਹੱਥ ਹੈ ਹੀ ਨਹੀਂ, ਗੱਲ ਜੋ ਵੀ ਹੈਗਾ ਉਹ ਸਾਰਾ ਕੇਂਦਰ ਸਰਕਾਰ ਕਰੇਗੀ। ਇਹ ਆਪਣਾ ਪੱਲਾ ਛਡਾ ਰਹੇ ਹੈ, ਸਿੱਧੀ ਜੀ ਗੱਲ ਹੈ। ਪਰ ਭਗਵੰਤ ਮਾਨ ਨੂੰ ਇਹ ਗੱਲ ਦੱਸਦੀ ਹੈ ਕਿ ਜਿੰਨੇ ਵੀ ਇੱਥੇ ਸਿੰਘ ਬੈਠੇ ਆ ਨਾ, ਇਹ ਸਾਰੇ ਹੀ ਅੱਜ ਤੱਤੇ ਹੋਏ ਵੇ ਆ, ਠੀਕ ਹੈ ਨਾ ਜੀ। ਤੂੰ ਇੱਥੇ ਆਏਗਾ, ਇੱਥੇ ਆ ਕੇ ਗੱਲਬਾਤ ਕਰੇਗਾ, ਜਦ ਤੱਕ ਤੂੰ ਆਪਦਾ ਪੱਲਾ ਨਹੀਂ ਬਣਾਏਗਾ ਤੇ ਇਹਨਾਂ ਨੇ ਤੈਨੂੰ ਛੱਡਣਾ ਨਹੀਂ, ਇਹਨਾਂ ਦੇ ਤੇਰੇ ਪਿੱਛੇ ਹੀ ਰਹਿਣਾ, ਠੀਕ ਹੈ ਨਾ ਜੀ।
ਤੇ ਇਹ ਆਪਣੇ ਹੱਕ ਅੱਜ ਇੱਥੇ ਬੈਠੇ ਨੇ ਤਾਂ ਲੈ ਕੇ ਹੀ ਜਾਣਗੇ। ਹੁਣ ਇੱਥੋਂ ਉੱਠਣ ਵਾਲੀਆਂ ਨਹੀਂ ਹੈਗੀਆਂ ਫੌਜਾਂ। ਭਗਵੰਤ ਮਾਨ ਨੂੰ ਕਿਤੇ ਐਂ ਨਾ ਲੱਗਦਾ ਹੋਵੇ ਜਿਵੇਂ ਉਰੇ ਹਰੇਕ ਕੋਈ ਆਉਂਦਾ ਉਹਦਾ ਵਿਰੋਧ ਕੀਤਾ ਜਾਂਦਾ, ਕਿਤੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ, ਕਿਸੇ ਨੂੰ ਗੱਡੀ ਰੋਕ ਕੇ ਉਹਦੇ ਨਾਲ ਮਾੜੀ ਕੀਤੀ ਜਾਂਦੀ ਹੈ, ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ, ਤੇ ਭਗਵੰਤ ਮਾਨ ਵੀ ਡਰਦਾ ਹੋਣਾ ਵੀ ਕਿਤੇ ਮੇਰੇ ਨਾਲ ਵੀ ਮਾੜਾ ਕਰਨਗੇ। ਇਹ ਤਾਂ ਦੂਜੇ ਜਿਹੜੇ ਨੀਚੇ ਉਹਦੇ ਵਾਲੇ ਨੇ ਉਹਨਾਂ ਨੂੰ ਨਹੀਂ ਬਖਸ਼ ਰਹੇ, ਵੀ ਮੈਨੂੰ ਕੀ ਬਖਸ਼ਣਗੇ। ਦੇਖੋ ਜੀ, ਜਿਹੜਾ ਤਾਂ ਸੈਂਟਰ ਸਰਕਾਰ ਦੇ ਨਾਲ ਇੱਕ ਤਾਂ ਕਹਿੰਦੇ ਉਹ ਸਾਡੀ ਓਪੋਜੀਸ਼ਨ ਪਾਰਟੀ ਹੈ, ਤੇ ਉਹੀ ਬੰਦਾ ਕੁਝ ਕੁ ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਜੀ ਦੇ ਪ੍ਰਤੀ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਵਾਸਤੇ, ਜੋ ਕਿ ਬਿਲਕੁਲ ਵੀ ਨਹੀਂ ਹੈ, ਨਾ ਉਹ ਕਰ ਹੀ ਸਕਦੇ ਆ, ਤੇ ਉਹ ਬਿਆਨ ਦਿੰਦੇ ਆ ਇੱਕ ਹਿੰਦੀ ਭਾਸ਼ਾ ਦੇ ਵਿੱਚ, ਜਦੋਂ ਕਿ ਪੰਜਾਬ ਦੀ ਮਾਤ ਭਾਸ਼ਾ ਹੈਗੀ ਆ ਉਹ ਪੰਜਾਬੀ। ਠੀਕ ਹੈ ਜੀ, ਪੰਜਾਬੀ ਨੂੰ ਉੱਦਾਂ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਬੋਰਡ ਦੇ ਉੱਤੇ ਸਭ ਤੋਂ ਉੱਤੇ ਜਿਹੜਾ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ, ਤੇ ਆਪ ਤੁਸੀਂ ਨੈਸ਼ਨਲ ਮੀਡੀਆ ਦੇ ਉੱਤੇ ਹਿੰਦੀ ਦੇ ਵਿੱਚ ਭਾਸ਼ਣ ਦਿੰਦੇ ਹੋ। ਫਿੱਟੇ ਮੂੰਹ ਹੈ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਹੋਣ ਤੇ। ਦੂਸਰੀ ਗੱਲ, ਜੇਕਰ ਤੁਹਾਨੂੰ ਪੰਜਾਬ ਦੇ ਪ੍ਰਤੀ ਇੰਨਾ ਹੀ ਪਿਆਰ ਹੈ ਤਾਂ ਤੁਸੀਂ ਬੰਦੀ ਸਿੰਘਾਂ ਨੂੰ ਬਾਹਰ ਲਿਆਓ। ਅਸੀਂ ਤਾਂ ਉਹਨਾਂ ਨੂੰ ਆਪਣੇ ਪੰਥ ਦੇ ਜਥੇਦਾਰ ਬਣਾਉਣਾ। ਅਸੀਂ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ 10 ਲੱਖ ਤੋਂ ਵੱਧ ਇਕੱਠ ਨੇ ਜਿਹੜਾ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਬੂਲਿਆ ਸੀ, ਤੇ ਅੱਜ ਵੀ ਅਸੀਂ ਉਹਨਾਂ ਨੂੰ ਜਥੇਦਾਰ ਕਬੂਲਦੇ ਹਾਂ ਅਕਾਲ ਤਖਤ ਸਾਹਿਬ ਦਾ। ਠੀਕ ਹੈ ਜੀ, ਤੇ ਅਸੀਂ ਕਬੂਲਦੇ ਰਹਾਂਗੇ ਜਦੋਂ ਤੱਕ ਜਥੇਦਾਰ ਜਗਤਾਰ ਸਿੰਘ ਹਵਾਰਾ ਸੰਗਤਾਂ ਦੇ ਵਿੱਚ ਸਾਡੀ ਕੌਮੀ ਇਨਸਾਫ ਮੋਰਚੇ ਦੀ ਸਟੇਜ 'ਤੇ ਨਹੀਂ ਆ ਜਾਂਦਾ। ਇੱਥੇ ਹੀ ਅਸੀਂ ਡਟੇ ਹਾਂ। ਠੀਕ ਹੈ ਜੀ, ਔਰ ਜਿਹੜੀ ਗੱਲ ਜਿਹੜੀ ਆ ਫੈਲਾਈ ਜਾਂਦੀ ਹੈ ਕਿ ਇੱਥੇ ਕਿਸੇ ਦੇ ਸ਼ੀਸ਼ੇ ਤੋੜ ਦਿੱਤੇ ਗਏ ਜਾਂ ਕੁਝ ਹੋਰ ਹੋਇਆ, ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇਹ ਸਭ ਮਨ ਘੜਤ ਗੱਲਾਂ ਨੇ। ਅਸੀਂ ਪਹਿਲੇ ਦਿਨ ਤੋਂ ਹੀ ਇੱਥੇ ਬੈਠੇ ਹਾਂ। ਠੀਕ ਹੈ ਜੀ, ਸਾਡੇ ਸਾਹਮਣੇ ਹੀ ਹੁੰਦਾ ਜੋ ਵੀ ਕੁਝ ਹੁੰਦਾ, ਸਗੋਂ ਆਪ ਖੁਦ ਜਿਹੜੇ ਸ਼ਰਾਰਤੀ ਅਨਸਰ ਇੱਥੇ ਛੱਡੇ ਜਾਂਦੇ ਆ, ਪਰ ਗੁਰੂ ਸਾਹਿਬ ਮਹਾਰਾਜ ਦੀ ਇੰਨੀ ਕਿਰਪਾ ਹੈ, ਨਾ ਫੌਜਾਂ ਦੀ ਇੰਨੀ ਕਿਰਪਾ ਹੈ ਕਿ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਣ ਦਿੱਤਾ ਜਾਂਦਾ। ਤੇ ਮੇਰਾ ਆਖਰੀ ਕੁਐਸਚਨ ਹੈ ਤੁਹਾਡੇ ਨਾਲ, ਤੇ ਜਿਹੜਾ ਹੁਣ ਅੱਗੇ ਅੰਮ੍ਰਿਤਪਾਲ ਦਾ ਭਾਈ ਅੰਮ੍ਰਿਤਪਾਲ ਜੀ ਦਾ ਉਹਨਾਂ ਦਾ ਬਿਆਨ ਆਉਂਦਾ ਹੈ ਵੀ ਭਾਈ ਜਥੇਦਾਰ ਸਾਹਿਬ ਨੂੰ ਵੀ ਉੱਥੇ 13 ਅਪ੍ਰੈਲ ਨੂੰ ਜਾ ਕੇ ਦਮਦਮਾ ਸਾਹਿਬ ਵਿਸਾਖੀ ਦਾ ਮੇਲਾ ਵੀ ਸਰਬੱਤ ਖਾਲਸਾ ਬੁਲਾਇਆ ਜਾਵੇ। ਹੁਣ ਕੀ ਤਿਆਰੀਆਂ ਨੇ ਗਾ ਫਿਰ ਵਿਸਾਖੀ ਦੇਖੋ ਦੀਆਂ? ਜੀ, ਕੌਮੀ ਇਨਸਾਫ ਮੋਰਚੇ ਦੀ ਸਟੇਜ ਵੱਲੋਂ ਤਾਂ ਇਹੋ ਹੀ ਕਿਹਾ ਗਿਆ ਹੈ, ਬਿਆਨ ਆਇਆ ਕਿ ਆਪਾਂ ਸਰਬੱਤ ਖਾਲਸੇ ਦੇ ਹੱਕ ਦੇ ਵਿੱਚ ਨਹੀਂ ਆ। ਠੀਕ ਹੈ ਜੀ, ਪਰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਕਿਹਾ ਸਰਬੱਤ ਖਾਲਸਾ ਕਰਨ ਦੇ ਲਈ, ਤੇ ਇਹਦੇ ਪਿੱਛੇ ਕੋਈ ਉਹਨਾਂ ਦੀ ਸੋਚ ਜਿਹੜੀ ਹੈ, ਕਿਉਂਕਿ ਸਾਡੀ ਇੰਨੀ ਸੋਚ ਨਹੀਂ ਕਿ ਜਿੱਥੇ ਉਹ ਸੋਚਦੇ ਨੇ ਅਸੀਂ ਉਹ ਚੀਜ਼ ਨੂੰ ਹਜੇ ਇਮੈਜਿਨ ਨਹੀਂ ਕਰ ਸਕਦੇ ਹੈਗੇ। ਠੀਕ ਹੈ ਜੀ, ਤੇ ਪਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੇਕਰ ਸਰਬੱਤ ਖਾਲਸਾ ਹੁੰਦਾ ਹੈ ਤਾਂ ਆਪਾਂ ਨੂੰ ਉਸ ਚੀਜ਼ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਪਰ ਕਿਉਂਕਿ ਸਾਡਾ ਮੋਰਚਾ ਇੱਥੇ ਲੱਗਿਆ ਹੋਇਆ, ਅਸੀਂ ਇਸ ਕਰਕੇ ਇਸ ਮੋਰਚੇ ਨੂੰ ਛੱਡ ਕੇ ਨਹੀਂ ਜਾ ਸਕਦੇ ਹੈਗੇ। ਸੋ ਜਿਹੜੀਆਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਆ ਉਹ ਸਮਰਥਨ ਦੇ ਵਿੱਚ ਵੀ ਨਹੀਂ ਹੈ, ਔਰ ਜਿਹੜੀਆਂ ਸਾਡੀਆਂ ਇੱਥੇ ਫੌਜਾਂ ਬੈਠੀਆਂ ਨੇ ਉਹ ਜਾਣਗੀਆਂ ਵੀ ਨਹੀਂ। ਤੇ ਉਹਨਾਂ ਦਾ ਬਿਆਨ ਵੀ ਆਇਆ ਸੀ ਨਾ ਵੀ ਸਰੈਂਡਰ ਕਰਾਂਗੇ, ਵੀ ਹਾਲੇ ਤੱਕ ਕਿਉਂ ਨਹੀਂ ਸਰੈਂਡਰ ਕਰ ਰਹੇ ਫਿਰ ਉਹ? ਇਹ ਤਾਂ ਜੀ ਹੁਣ ਅੰਮ੍ਰਿਤਪਾਲ ਸਿੰਘ ਜੀ ਜਾਣ ਸਕਦੇ ਆ ਕਿ ਸਰੈਂਡਰ ਕਿਉਂ ਨਹੀਂ ਦਿੱਤਾ ਉਹਨਾਂ ਨੇ ਕਰਿਆ ਹੈਗਾ ਪੰਜਾਬ ਪੁਲਿਸ ਦੇ ਅੱਗੇ, ਕਿਉਂਕਿ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਸ਼ਾਇਦ ਕੋਈ ਉਹ ਆਪਦੀ ਪੈਰਵਾਈ ਕਰ ਰਹੇ ਹੋਣ ਕਿ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਆ ਪੰਜਾਬ ਪੁਲਿਸ ਉਹਨਾਂ ਦੇ ਉੱਤੇ ਕੋਈ ਹੋਰ ਕੇਸ ਨਾ ਪਾ ਸਕੇ। ਸੋ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਹੀ ਜਿਹੜੀਆਂ ਫਿਰ ਉਹ ਕਿਉਂ ਨਹੀਂ ਅੱਗੇ ਆ ਰਹੇ? ਵੀ ਜਿਵੇਂ ਉਹਨਾਂ ਦੇ ਲਈ ਸਾਰੇ ਖੜੇ ਸੀਗੇ, ਉਹਨਾਂ ਕਰਕੇ ਹੀ ਸਾਰੇ ਨੌਜਵਾਨ ਚੱਕੇ ਗਏ ਨੇ ਜਿਹੜੇ ਨਾਲ ਸੀ ਉਹਨਾਂ ਦੇ। ਫਿਰ ਕਿਉਂ ਨਹੀਂ ਅੱਗੇ ਆ ਕੇ ਕਹਿੰਦੇ ਵੀ ਨੌਜਵਾਨਾਂ ਨੂੰ ਛੱਡ ਦਿੱਤਾ ਜਾਵੇ, ਮੈਨੂੰ ਸਰੈਂਡਰ ਕਰ ਲਓ? ਹਾਂਜੀ, ਮੈਂ ਤਾਂ ਇਹੋ ਗੱਲ ਕਹੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਹੜਾ ਹੁਣ ਸਰੈਂਡਰ ਕਰ ਦੇਣਾ ਚਾਹੀਦਾ। ਠੀਕ ਹੈ ਨਾ ਜੀ, ਔਰ ਜਿਹੜੇ ਉਹਨਾਂ ਦੇ ਨਾਲ ਨੌਜਵਾਨ ਸਿੰਘ ਸੀਗੇ ਜਾਂ ਉਹਨਾਂ ਦੇ ਕਰਕੇ ਕਈ ਨੌਜਵਾਨ ਸਿੰਘ ਜਿਹੜੇ ਨਜਾਇਜ਼ ਜਿਹੜੇ ਚੁੱਕੇ ਗਏ ਆ, ਉਹਨਾਂ ਦੀ ਪੈਰਵਾਈ ਜਿਹੜੀ ਹੈ ਸਭ ਤੋਂ ਵੱਧ ਜ਼ਰੂਰੀ ਜਿਹੜੀ ਬਣਦੀ ਆ ਉਹ ਕਰਨੀ ਚਾਹੀਦੀ ਹੈ। ਕਿਉਂਕਿ ਕਿਸੇ ਦੇ ਪਿੱਛੇ ਲੱਗ ਕੇ ਜਾਂ ਕਿਸੇ ਤੋਂ ਮੋਟੀਵੇਸ਼ਨ ਲੈ ਕੇ ਜਦੋਂ ਆਪਾਂ ਤੁਰਦੇ ਹਾਂ ਨਾ, ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਥੇਦਾਰ ਦੀ, ਜਿਸ ਦੇ ਨਾਲ ਸਿੱਖ ਸੰਗਤਾਂ ਤੁਰਦੀਆਂ ਨੇ। ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕਿੰਨੇ ਸਿੰਘ ਤੁਰੇ ਸੀਗੀਆਂ, ਪੰਜਾਬ ਦੀਆਂ ਕਿੰਨੀਆਂ ਸੰਗਤਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰੀਆਂ, ਪਰ ਸੰਤਾਂ ਨੇ ਵੀ ਆਪਣਾ ਇੱਕ ਬਚਨ ਕਮਾਇਆ ਸੀ ਕਿ ਮੈਂ ਵੀ ਇੱਥੋਂ ਜਿਉਂਦਾ ਨਹੀਂ ਜਾਊਂਗਾ। ਜੇਕਰ ਪੰਜਾਬ ਪੁਲਿਸ ਜਾਂ ਕੇਂਦਰੀ ਸਰਕਾਰ ਮੈਨੂੰ ਫੜੇਗੀ ਤਾਂ ਉਹ ਮੈਂ ਮਰਿਆ ਹੋਇਆ ਹੋਊਂਗਾ। ਉਹ ਸਰੀਰ ਹੈ, ਉਹ ਮਿੱਟੀ ਹੈ। ਠੀਕ ਹੈ ਨਾ ਜੀ, ਉਸ ਦਾ ਉਹ ਕੁਝ ਵੀ ਨਹੀਂ ਕਰ ਸਕਦੇ ਹੈਗੇ, ਪਰ ਜਿਉਂਦੇ ਜੀ ਨੂੰ ਲੈ ਕੇ ਨਹੀਂ ਜਾ ਸਕਦੇ ਹੈਗੇ। ਅਸੀਂ ਉਹਨਾਂ ਬਚਨਾਂ ਦੇ ਉੱਤੇ ਪੂਰਨੇ ਪਾਈਏ, ਉਹਨਾਂ ਦੇ ਉੱਤੇ ਫੁੱਲ ਚੜਾਈਏ ਜੀ। ਬਾਕੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਉਰੇ ਹਾਲੇ ਪਹੁੰਚ ਨਹੀਂ ਰਹੀਆਂ? ਜਿਹੜੀਆਂ ਸੰਗਤਾਂ ਇੱਥੇ ਪਹੁੰਚ ਨਹੀਂ ਰਹੀਆਂ, ਮੈਂ ਉਹਨਾਂ ਨੂੰ ਪਹਿਲਾਂ ਤਾਂ ਇਹ ਬੇਨਤੀ ਕਰਦਾ ਕਿ ਇੱਥੇ ਜਿੰਨੀਆਂ ਵੀ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਤੀ ਕਿ ਇੱਥੇ ਜੀ ਡਾਂਗਾਂ ਚੱਲਦੀਆਂ ਨੇ, ਇੱਥੋਂ ਪੁਲਿਸ ਜਿਹੜੀ ਹੈ ਫੜ ਕੇ ਲੈ ਕੇ ਜਾ ਰਹੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਕੌਮੀ ਇਨਸਾਫ ਮੋਰਚਾ ਜਿਹੜਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ, ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ। ਇਹ ਮੋਰਚਾ ਅਸੀਂ ਇੱਦਾਂ ਹੀ ਫਤਿਹ ਕਰਕੇ ਜਾਵਾਂਗੇ। ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਰੋਜ਼ ਦੀਵਾਨ ਸਜਦੇ ਆ, 24 ਘੰਟੇ ਲੰਗਰ ਜਿਹੜੇ ਆ ਗੁਰੂ ਕੇ ਵਰਤਦੇ ਆ। ਸੰਗਤਾਂ ਜਿਹੜੀਆਂ ਨੇ ਆਉਂਦੀਆਂ ਵੀ ਨੇ, ਸ਼ਾਮ ਨੂੰ ਵੀ ਆਉਂਦੀਆਂ ਨੇ, ਦਿਨੇ ਵੀ ਆਉਂਦੀਆਂ ਨੇ, ਦੀਵਾਨ ਜਿਹੜੇ ਆ ਗੁਰੂ ਕੇ ਸਜਦੇ ਰਹਿੰਦੇ ਆ। ਸੋ ਮੈਂ ਉਹਨਾਂ ਲਾਗੇ ਜਿਹੜਾ ਪੁਆਧ ਏਰੀਆ, ਮੈਂ ਸਭ ਤੋਂ ਪਹਿਲਾਂ ਉਸ ਪੁਆਧ ਏਰੀਏ ਨੂੰ ਬੇਨਤੀ ਕਰਦਾ, ਕਿਉਂਕਿ ਦੇਖੋ ਮਾਝੇ ਤੋਂ, ਦੁਆਬੇ ਏਰੀਏ ਤੋਂ, ਮਾਲਵੇ ਤੋਂ ਤਾਂ ਬਹੁਤ ਸਿੰਘ ਆਏ ਹੋਏ ਆ ਇੱਥੇ।
ਪਰ ਪੁਆਧ ਏਰੀਆ ਜਿਹੜਾ ਨਾ ਉਹ ਹਜੇ ਤੱਕ ਬਿਲਕੁਲ ਵੀ ਅੱਗੇ ਨਹੀਂ ਆਇਆ। ਬਹੁਤ ਘੱਟ ਜਿਹੜੇ ਲੋਕ ਨੇ, ਸੰਗਤਾਂ ਨੇ, ਉਹ ਪੁਆਧ ਏਰੀਏ ਦੀਆਂ ਇੱਥੇ ਬੈਠੀਆਂ ਹੋਈਆਂ ਨੇ। ਸੋ ਮੈਂ ਪੁਆਧ ਏਰੀਏ ਦੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਥੇ ਵੱਧ ਤੋਂ ਵੱਧ ਚੜ੍ਹ ਕੇ ਆਓ, ਸੰਗਤਾਂ ਦੇ ਨਾਲ ਆਓ, ਦਰਸ਼ਨ ਦਿਓ। ਅਤੇ 31 ਮੈਂਬਰੀ ਜਿਹੜੇ ਜੱਥੇ ਹੈ ਉਹ ਹੁਣ ਦੁਬਾਰਾ ਜਿਹੜੇ ਆ ਆਰੰਭ ਹੋ ਗਏ ਆ CM ਕੋਠੀ ਦੇ ਵੱਲ ਜਾਣ ਦੇ ਲਈ। ਸੋ ਆਪਾਂ ਵੀ ਉਹਨਾਂ ਜੱਥਿਆਂ ਦੇ ਵਿੱਚ ਸ਼ਾਮਲ ਹੋਈਏ ਤਾਂ ਕਿ ਆਪਾਂ ਵੀ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਵਿੱਚ ਆਪਣੀ ਸੇਵਾ ਜਿਹੜੀ ਆ ਨਿਭਾ ਸਕੀਏ ਜੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਮੋਰਚੇ 'ਤੇ ਗੱਲਬਾਤ ਕੀਤੀ ਹੈ ਨੌਜਵਾਨ ਨਾਲ ਤੇ ਨਿਹੰਗ ਸਿੰਘਾਂ ਨਾਲ। ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘਾਂ ਵਿੱਚ ਕਿੰਨਾ ਰੋਸ ਹੈ, ਸਰਕਾਰ ਪ੍ਰਤੀ ਕਿੰਨਾ ਰੋਸ ਹੈ ਵੀ ਬੰਦੀ ਸਿੰਘਾਂ ਨੂੰ ਕਿਉਂ ਰਿਹਾ ਨਹੀਂ ਕਰ ਰਹੇ, ਕਿਉਂ ਜਿਹੜੀ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਦੋਸ਼ੀਆਂ ਨੂੰ ਕਿਉਂ ਨਹੀਂ ਸਜ਼ਾ ਦੇ ਰਹੇ। ਇਹੀ ਮੰਗਾਂ ਨੇ, 4 ਮੰਗਾਂ ਨੇ ਇਹਨਾਂ ਦੀਆਂ। ਜਿਹੜਾ ਬਾਈਬਲ ਗੋਲੀ ਹੱਤਿਆਕਾਂਡ ਹੋਇਆ ਸੀ ਉੱਥੇ ਵੀ ਜਿਹੜੀ ਗੋਲੀ ਚੱਲੀ ਸੀ ਉਹ ਦੋਸ਼ੀਆਂ ਨੂੰ ਵੀ ਸਜ਼ਾ ਨਹੀਂ ਮਿਲੀ ਹੁਣ ਤੱਕ, ਤੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਮੰਗਾਂ ਨੇ ਇੱਥੇ ਮੋਰਚੇ 'ਤੇ ਬੈਠੇ ਸੰਗਤਾਂ ਦੀਆਂ। ਤੇ ਮੋਰਚਾ ਕਦੋਂ ਫਤਿਹ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਮੋਰਚੇ ਨੂੰ 3 ਮਹੀਨੇ ਹੋ ਚੁੱਕੇ ਨੇ, ਹੁਣ ਅੱਗੇ ਵੀ ਕਿੰਨਾ ਲੰਬਾ ਜਾ ਸਕਦਾ ਇਹ ਵੀ ਸਮਾਂ ਦੱਸੇਗਾ। ਮੇਰੇ ਨਾਲ ਕੈਮਰਾਮੈਨ CM ਤੇ ਤੁਸੀਂ ਦੇਖ ਰਹੇ ਹੋ ਪੇਂਡੂ TV। ਧੰਨਵਾਦ।